जी, थैंक यू। बहुत धन्यवाद जी। देखो ਅਸੀਂ ਤੇ ਹਰ ਵਾਰੀ ਕਹਿੰਨੇ ਆ ਕਿ ਤੁਸੀਂ ਆਪਣੇ ਆਪਣੇ ਵੀਡੀਓ ਔਨ ਕਰੋ, ਕਿਉਂਕਿ ਇਹ એનર્ਜੀ ਸ਼ੇਅਰਿੰਗ ਸੈਸ਼ਨ ਹੁੰਦੇ ਨੇ। ਇਹ ਕੋਈ ਇਹ ਨਹੀਂ ਹੈ ਕਿ ਕੋਈ ਪ੍ਰਵਚਨ ਦੇ ਰਿਹਾ ਔਰ ਅਸੀਂ ਸੁਣਨਾ ਬੰਦ ਕਰਕੇ। ਇਹ ਸਭ એનર્ਜੀ ਸ਼ੇਅਰਿੰਗ ਸੈਸ਼ਨ ਹੁੰਦੇ ਨੇ। ਫਿਰ ਵੀ ਬਾਕੀ ਸਭ ਦੀ ਆਪਣੀ ਆਪਣੀ ਮਰਜ਼ੀ ਹੈ। ਅੱਜ ਦਸਮ ਪਾਤਸ਼ਾਹ ਦੇ ਜਿਹੜੇ ਛੋਟੇ ਮਹਿਲ ਮਾਤਾ ਸਾਹਿਬ ਦੇਵਾਂ ਜੀ, ਉਹਨਾਂ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਸਾਰੇ ਮਨਾ ਰਹੇ ਨੇ। ਅਸੀਂ ਵੀ ਪਿਰਾਮਿਡ ਸਪਿਰਚੁਅਲ ਸੁਸਾਇਟੀਜ਼ ਮੂਵਮੈਂਟ ਵਿੱਚ ਪੱਤਰੀ ਸਰ ਕਹਿੰਦੇ ਨੇ ਕਿ ਸਾਰੇ ਮਾਸਟਰਸ ਕੋਲੋਂ ਸਿੱਖੋ, ਸਾਰਿਆਂ ਦੀ એનર્ਜੀ ਲਓ। ਤੇ ਅਸੀਂ ਵੀ ਸਾਰੇ ਗੁਰਪੁਰਬ ਜਿਹੜੇ ਨੇ ਅਸੀਂ ਮਨਾਉਂਦੇ ਆ। ਤੇ ਮਾਤਾ ਸਾਹਿਬ ਦੇਵਾਂ ਦਾ ਜੀਵਨ ਬਹੁਤ ਹੀ ਕਮਾਲ ਦਾ ਜੀਵਨ ਹੈ। ਇੱਕ ਸਰੀਰਿਕ ਚੋਲੇ ਵਿੱਚ ਆ ਕੇ, ਚਾਹੇ ਉਹ ਮੇਲ ਚਾਹੇ ਉਹ ਫੀਮੇਲ ਹੈ, ਚਾਹੇ ਉਹ ਇਸਤਰੀ ਹੈ ਚਾਹੇ ਉਹ ਪੁਰਸ਼ ਹੈ, ਉਹਦੀ ਕਿੰਨੀ ਪੋਟੈਂਸ਼ੀਅਲ ਹੈ ਔਰ ਉਹ ਕੀ ਕਰ ਸਕਦੀ ਹੈ ਔਰ ਕੀ ਅਵਸਥਾ ਪ੍ਰਾਪਤ ਕਰ ਸਕਦਾ ਮਾਤ ਲੋਕ ਤੇ ਆ ਕੇ। ਇਹ ਉਦਾਹਰਣ ਮਾਤਾ ਸਾਹਿਬ ਦੇਵਾਂ ਦਾ, ਸਾਰੇ ਹੀ ਸੰਤਾਂ ਦਾ, ਪਰ ਅੱਜ ਅਸੀਂ ਉਹਨਾਂ ਦੀ ਗੱਲ ਕਰਨੀ। ਆਤਮਾ ਨਾਲ ਪਿਆਰ ਕੀ ਹੁੰਦਾ, ਉਹਦੀ ਉਦਾਹਰਣ ਨੇ ਮਾਤਾ ਸਾਹਿਬ ਦੇਵਾਂ। ਉਹਨਾਂ ਨੇ ਦਸਮ ਪਿਤਾ ਨਾਲ ਉਹ ਆਤਮਾ ਦਾ ਪਿਆਰ ਕੀਤਾ ਔਰ ਉਹਨਾਂ ਦੋਨਾਂ ਦੇ ਆਤਮਾ ਦੇ ਪਿਆਰ ਨੇ ਇੱਕ ਅਧਿਆਤਮਿਕ ਪਰਿਵਾਰ ਨੂੰ ਜਨਮ ਦਿੱਤਾ, ਜਿਹਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ। ਔਰ ਬਹੁਤ ਹੀ ਕਮਾਲ ਦਾ ਉਹਨਾਂ ਦਾ ਜੀਵਨ ਹੈ। ਔਰ ਜਿਸ ਵੇਲੇ ਅਸੀਂ ਐਸੇ ਮਹਾਪੁਰਸ਼ਾਂ ਦਾ, ਸੰਤਾਂ ਦਾ, ਗੁਰੂਆਂ ਦਾ ਜੀਵਨ ਵਿੱਚ ਝਾਕਨੇ ਆ, ਝਾਤੀ ਮਾਰਨੇ ਆ ਥੋੜਾ, ਜੋ ਵੀ ਸਾਨੂੰ ਸਮਝ ਆਉਂਦਾ ਹੈ, ਤੇ ਸਾਨੂੰ ਬਹੁਤ ਹੀ ਹੈਰਾਨੀ ਵੀ ਹੁੰਦੀ ਹੈ, ਚੰਗਾ ਵੀ ਲੱਗਦਾ, ਊਰਜਾ ਵੀ ਮਹਿਸੂਸ ਹੁੰਦੀ ਹੈ ਕਿ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਰੋਂਦੇ ਰਹਿੰਦੇ ਆ ਸਾਰੀ ਜ਼ਿੰਦਗੀ, ਲੇਕਿਨ ਉਹ ਇਹਨਾਂ ਸਾਰੀਆਂ ਚੀਜ਼ਾਂ ਚੋਂ ਗੁਜ਼ਰੇ ਨੇ ਔਰ ਉਹਨਾਂ ਨੇ ਸਾਨੂੰ ਜੀਵਨ ਜੀਣ ਦੀ ਜਾਂਚ ਦੱਸੀ ਹੈ। ਤੇ ਅਸੀਂ ਕੀ ਰਸਤਾ ਪਕੜਿਆ, ਅਸੀਂ ਉਹਨਾਂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਲੇਕਿਨ ਜਿਹੜੀ ਉਹਨਾਂ ਨੇ ਜੀਵਨ ਜੀਣ ਦੀ ਜਾਂਚ ਸਿਖਾਈ ਹੈ ਉਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੱਤਾ। ਤੇ ਅੱਜ ਅਸੀਂ ਥੋੜਾ ਜਿਹਾ ਉਹਦੇ ਵੱਲ ਧਿਆਨ ਦਿਆਂਗੇ ਕਿ ਮਾਤਾ ਸਾਹਿਬ ਦੇਵਾਂ ਜੀ, ਜਿਨ੍ਹਾਂ ਨੂੰ ਬਾਅਦ ਚੋਂ ਮਾਤਾ ਸਾਹਿਬ ਕੌਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਹੋ ਗਿਆ, ਲੇਕਿਨ ਜ਼ਿਆਦਾ ਪ੍ਰਚਲਿਤ ਨਾਮ ਮਾਤਾ ਸਾਹਿਬ ਦੇਵਾਂ ਹੀ ਰਿਹਾ। 1 ਨਵੰਬਰ 1681 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਰੋਹਤਾਸ ਦੇ ਜੇਹਲਮ ਰੋਹਤਾਸ ਲਾਹੌਰ ਵਿੱਚ। ਔਰ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸੀ ਆਪਣੀ ਯਾਤਰਾ ਦੇ ਦੌਰਾਨ, ਤੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਸੀ। ਤੇ ਐਸੇ ਹੀ ਇੱਕ ਗੁਰੂ ਘਰ ਦੇ ਸਿੱਖ ਪਰਿਵਾਰ ਵਿੱਚ ਮਾਤਾ ਸਾਹਿਬ ਦੇਵਾ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਾਈ ਰਾਮਾ ਜੀ ਸੀ, ਮਾਤਾ ਜਸ ਦੇਵੀ ਜੀ ਸਨ। ਉਹਨਾਂ ਦੇ ਬ੍ਰਦਰ ਸਾਹਿਬ ਚੰਦ, ਜੋ ਬਾਅਦ ਚੋਂ ਸਾਹਿਬ ਸਿੰਘ ਹੋ ਗਏ, ਔਰ ਪਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਔਰ ਪੁੱਤਰ ਉਹਨਾਂ ਦੇ ਖਾਲਸਾ ਪੰਥ, ਜਿਨ੍ਹਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ ਕਿ ਉਹਨਾਂ ਦੇ ਕਿੰਨੇ ਪੁੱਤਰ ਨੇ। ਔਰ ਬਾਅਦ ਵਿੱਚੋਂ ਜਿਸ ਵੇਲੇ ਸਿੱਖ ਰਾਜ ਹੋਇਆ ਤੇ ਉਹ ਜਿਹੜਾ ਜਨਮ ਸਥਾਨ ਹੈ ਉਹਨਾਂ ਦਾ, ਬਹੁਤ ਸੋਹਣਾ ਗੁਰਦੁਆਰਾ ਬਣਾ ਦਿੱਤਾ ਗਿਆ, ਜਿਹੜਾ ਅੱਜ ਪਾਕਿਸਤਾਨ ਲਾਹੌਰ ਵਿੱਚ ਹੈ। ਹੁਣ ਇਹ ਜਿਹੜੇ ਇਹਨਾਂ ਦੇ ਮਾਤਾ ਪਿਤਾ ਸੀ, ਉਹਨਾਂ ਦੇ ਘਰ ਔਲਾਦ ਨਹੀਂ ਸੀ, ਤੇ ਇਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਗਏ ਔਰ ਇਹਨਾਂ ਨੇ ਉੱਥੇ ਆਪਣੇ ਮਨ ਵਿੱਚ ਕਿਹਾ ਕਿ ਸਾਡੇ ਘਰ ਔਲਾਦ ਹੋਏਗੀ ਤੇ ਅਸੀਂ ਉਹ ਔਲਾਦ ਜਿਹੜੀ ਹੈ ਉਹ ਗੁਰੂ ਘਰ ਵਿੱਚ ਹੀ ਅਰਪਣ ਕਰ ਦਿਆਂਗੇ। ਤੇ ਫਿਰ ਬਾਅਦ ਚ ਉਹਨਾਂ ਦੇ ਘਰ ਮਾਤਾ ਸਾਹਿਬ ਦੇਵਾਂ ਦਾ ਜਨਮ ਹੋਇਆ ਔਰ ਉਹਨਾਂ ਨੇ ਉਸ ਦਿਨ ਤੋਂ ਹੀ ਸੋਚ ਲਿਆ ਕਿ ਇਹ ਜਿਹੜੀ ਸਾਡੀ ਪੁੱਤਰੀ ਹੈ ਇਹਨੂੰ ਅਸੀਂ ਗੁਰੂ ਦੇ ਅਰਪਣ ਕਰਨਾ। ਫਿਰ ਉਹਨਾਂ ਦੇ ਬਾਅਦ ਚੋਂ ਬੇਟਾ ਵੀ ਹੋਇਆ ਔਰ ਇਸ ਕਰਕੇ ਉਹਨਾਂ ਨੇ ਨਾਮ ਹੀ ਸਾਹਿਬ ਦੇਵਾਂ, ਕਿ ਸਾਹਿਬ ਨੇ ਦਿੱਤਾ ਹੈ ਤਾਂ ਨਾਮ ਹੀ ਐਸਾ ਰੱਖ ਦਿੱਤਾ। ਤਾਂ ਹੀ ਕਹਿੰਦੇ ਕਿ ਸਾਡਾ ਜਿਹੜਾ ਨਾਮ ਹੁੰਦਾ ਨਾ, ਉਹਦੇ ਵਿੱਚ ਹੀ ਸਾਡਾ ਜੀਵਨ ਦਾ ਪੂਰਾ ਕੀ ਰਾਜ ਛੁਪਿਆ ਹੁੰਦਾ ਸਾਡੇ ਨਾਮ ਵਿੱਚ। ਤੇ ਬਚਪਨ ਤੋਂ ਹੀ ਉਹਨਾਂ ਦੀ ਜਿਹੜੀ ਬਿਰਤੀ ਸੀ ਉਹ ਬਹੁਤ ਹੀ ਪੂਜਾ ਪਾਠ ਧਿਆਨ ਵਾਲੀ, ਕਿਉਂਕਿ ਘਰ ਦਾ ਮਾਹੌਲ ਵੀ ਉਸ ਤਰ੍ਹਾਂ ਦਾ ਸੀ ਔਰ ਉਹ ਐਸੀ ਆਤਮਾ ਸਨ। ਉਹ ਕੀ ਕਰਨ ਆਏ ਸਨ ਧਰਤੀ ਤੇ ਉਹ ਆਤਮਾ ਜਿਹੜੀਆਂ ਉੱਚ ਆਤਮਾ, ਪੂਰਨ ਆਤਮਾ ਹੁੰਦੀਆਂ ਨੇ, ਉਹਨਾਂ ਨੂੰ ਪਤਾ ਹੀ ਹੁੰਦਾ, ਚਾਹੇ ਸੰਸਾਰੀ ਤੌਰ ਤੇ ਨਾ ਵੀ ਪਤਾ ਚੱਲੇ, ਲੇਕਿਨ ਆਤਮਾ ਨੂੰ ਪਤਾ ਹੁੰਦਾ ਕਿ ਉਹ ਕੀ ਕਰਨ ਆਈ ਔਰ ਉਹ ਉਸੇ ਰਸਤੇ ਤੇ ਚਲਦੀ ਰਹਿੰਦੀ। ਤਾਂ ਕਿਉਂਕਿ ਸਾਰੀ ਰੋਹਤਾਸ ਦੀ ਸੰਗਤ ਜਾਣਦੀ ਸੀ ਕਿ ਉਹਨਾਂ ਦੇ ਪਿਤਾ ਨੇ ਕਿਹਾ ਕਿ ਮੈਂ ਗੁਰੂ ਦੇ ਅਰਪਣ ਕਰਨੀ, ਗੁਰੂ ਦੇ ਚਰਨਾਂ ਚ ਅਰਪਣ ਕਰਨੀ, ਤੇ ਬਚਪਨ ਤੋਂ ਹੀ ਉਹਨਾਂ ਨੂੰ ਸਾਰੇ ਮਾਤਾ ਜੀ ਹੀ ਕਹਿੰਦੇ ਸੀ। ਪੂਰੇ ਜਿਹੜੇ ਪਿੰਡ ਦੇ ਲੋਕ ਸੀ, ਜਿਹੜੇ ਵੀ ਉਹਨਾਂ ਦੇ ਪਿਆਰ ਕਰਨ ਵਾਲੇ ਸੀ, ਉਹ ਬਚਪਨ ਤੋਂ ਹੀ ਉਹਨਾਂ ਨੂੰ ਮਾਤਾ ਜੀ ਕਹਿੰਦੇ ਸੀ। ਹੁਣ ਬਹੁਤ ਸਮਾਂ ਬੀਤ ਗਿਆ, ਅੱਜ ਕੱਲ ਤੇ ਟੈਲੀਫੋਨ ਤੇ ਬਹੁਤ ਆਉਣ ਜਾਣ ਦੇ ਸਾਧਨ ਨੇ, ਪਹਿਲੇ ਇਹਨੇ ਸਾਧਨ ਨਹੀਂ ਸੀ ਹੁੰਦੇ, ਤਾਂ ਉਹ ਆਪਣੀ ਬੇਟੀ ਦੀ ਪਰਵਰਿਸ਼ ਕਰਦੇ ਰਹੇ
और फिर ਉਹ ਜਿਸ ਵੇਲੇ ਜਵਾਨ ਹੋਏ 17 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਹਨਾਂ ਨੂੰ ਲੱਗਾ ਕਿ ਹੁਣ ਟਾਈਮ ਆ ਗਿਆ ਤੇ ਹੁਣ ਅਸੀਂ ਇਹਨਾਂ ਨੂੰ ਗੁਰੂ ਸਾਹਿਬ ਦੇ ਅਰਪਣ ਕਰਨਾ ਚਾਹੀਦਾ। ਉਹ ਸਾਰੀ ਸੰਗਤ ਨਾਲ ਸਲਾਹ ਕਰਕੇ ਸਾਰੀ ਸੰਗਤ ਨੂੰ ਲੈ ਕੇ ਅਨੰਦਪੁਰ ਸਾਹਿਬ ਗਏ ਔਰ ਅਨੰਦਪੁਰ ਸਾਹਿਬ ਜਾ ਕੇ ਉਹਨਾਂ ਨੇ ਸੰਗਤ ਨੇ ਉਹਨਾਂ ਦੇ ਪਿਤਾ ਦੇ ਸਮੇਤ ਜਿਹੜੇ ਪਿਤਾ ਭਾਈ ਰਾਮਾ ਜੀ ਸੀ ਉਹਨਾਂ ਨੇ ਦਸਮ ਪਿਤਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਜਿਸ ਟਾਈਮ ਸਾਡੀ ਬੱਚੀ ਪੈਦਾ ਹੋਈ ਸੀ ਤਾਂ ਹੀ ਅਸੀਂ ਸੋਚਿਆ ਸੀ ਕਿ ਅਸੀਂ ਇਹਨਾਂ ਨੂੰ ਗੁਰੂ ਦੇ ਅਰਪਣ ਕਰਨਾ ਹੈ ਤੇ ਹੁਣ ਤੁਸੀਂ ਸਾਡੀ ਬੇਟੀ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰੋ। ਤਾਂ ਉਸ ਟਾਈਮ ਤੱਕ ਦਸਮ ਪਿਤਾ ਦੇ 4 ਸਾਹਿਬਜ਼ਾਦੇ ਹੋ ਚੁੱਕੇ ਸੀ, 2 ਸ਼ਾਦੀਆਂ ਹੋ ਚੁੱਕੀਆਂ ਸੀ। ਪਹਿਲੇ ਜਿਹੜੇ ਉਹਨਾਂ ਦੇ ਮਹਿਲ ਸੀ ਮਾਤਾ ਜੀਤੋ ਜੀ ਉਹ ਸ਼ਰੀਰ ਛੋੜ ਚੁੱਕੇ ਸਨ ਔਰ ਖਾਲਸਾ ਪੰਥ ਦੀ ਸਥਾਪਨਾ ਹੋ ਗਈ ਸੀ ਔਰ ਦਸਮ ਪਿਤਾ ਨੇ ਜੋ ਆਉਣ ਵਾਲੇ ਸਮੇਂ ਦੇ ਆਪਣੇ ਪ੍ਰਣ ਪੂਰੇ ਕਰਨੇ ਸੀ ਤਾਂ ਉਹਨਾਂ ਨੇ ਗ੍ਰਸਥ ਵਿੱਚ ਰਹਿੰਦੇ ਹੋਏ ਬ੍ਰਹਮਚਰਯ ਦਾ ਪਾਲਨ ਜਿਹੜਾ ਸੀ ਉਹਨੂੰ ਰੱਖਿਆ ਕਿ ਗ੍ਰਸਥ ਜੀਵਨ ਪੂਰਾ ਹੋ ਗਿਆ। ਹੁਣ ਜਿਹੜੇ ਦੂਸਰੇ ਕੰਮ ਵੱਡੇ ਵੱਡੇ ਉਹ ਕਰਨ ਆਏ ਸੀ ਉਹਨਾਂ ਵੱਲ ਉਹਨਾਂ ਆਪਣੀ ਪੂਰਾ ਧਿਆਨ ਲਗਾ ਲਿਆ ਔਰ ਜਿਸ ਟਾਈਮ ਉਹ ਸੰਗਤ ਨੇ ਅਰਦਾਸ ਕੀਤੀ ਆ ਕੇ ਤੇ ਉਹਨਾਂ ਨੇ ਕਿਹਾ ਜੀ ਸਾਡਾ ਤੇ ਗ੍ਰਸਥ ਜੀਵਨ ਹੋ ਚੁੱਕਿਆ ਔਰ ਬੱਚੇ ਸਾਹਿਬਜ਼ਾਦੇ ਵੀ ਨੇ ਤੇ ਅਸੀਂ ਕਿਸ ਤਰ੍ਹਾਂ ਇਸ ਨੂੰ ਨਹੀਂ ਸਵੀਕਾਰ ਕਰ ਸਕਦੇ ਔਰ ਮੁਸਕਰਾਉਣ ਲੱਗ ਗਏ ਤੇ ਉਹ ਪਰੀਖਿਆ ਵੀ ਸੀ ਕਿਸਮ ਦੀ ਕਿ ਕਿੰਨਾ ਪ੍ਰੇਮ ਹੈ ਉਹਨਾਂ ਦਾ ਗੁਰੂ ਨਾਲ। ਤਾਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਵਾਪਸ ਤੇ ਲੈ ਕੇ ਜਾਵਾਂਗੇ ਨਹੀਂ ਡੋਲਾ, ਅਸੀਂ ਪੂਰੀ ਤਿਆਰੀ ਕਰਕੇ ਆਏ ਆ ਤੇ ਤੁਸੀਂ ਇਹਨਾਂ ਨੂੰ ਸਵੀਕਾਰ ਕਰੋ, ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਆ ਕਰਨਗੇ, ਤੁਸੀਂ ਇਹਨਾਂ ਨੂੰ ਸਵੀਕਾਰ ਕਰੋ। ਤਾਂ ਗੁਰੂ ਜੀ ਮੁਸਕਰਾਉਣ ਲੱਗ ਗਏ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਉਹਨਾਂ ਦਾ ਮਾਤਾ ਸਾਹਿਬ ਦੇਵਾ ਨਾਲ ਪਿਛਲੇ ਜਨਮ ਦਾ ਕੀ ਸੰਬੰਧ ਸੀ ਔਰ ਹੁਣ ਉਹ ਜਿਹੜੇ ਵਚਨ ਪਹਿਲੇ ਜਨਮ ਵਿੱਚ ਹੋ ਚੁੱਕੇ ਸੀ ਉਹ ਪੂਰੇ ਕਰਨ ਦਾ ਸਮੇਂ ਆ ਗਿਆ ਸੀ। ਤਾਂ ਉਹ ਸਭ ਉਹਨਾਂ ਨੂੰ ਦੇਖ ਕੇ ਮੁਸਕਰਾਉਣ ਲੱਗ ਗਏ ਕਿ ਹੁਣ ਉਹ ਸਮੇਂ ਆ ਗਿਆ। ਇੱਥੇ ਇਤਿਹਾਸ ਇਹ ਕਹਿੰਦਾ ਹੈ ਕਿ ਜਿਸ ਵੇਲੇ ਸਤਯੁਗ ਵਿੱਚ ਰਾਖਸ਼ਾਂ ਦਾ ਬਹੁਤ ਜ਼ੋਰ ਸੀ ਤਾਂ ਉਸ ਟਾਈਮ ਆਦਿ ਸ਼ਕਤੀ ਨੂੰ ਕਿਹਾ ਗਿਆ ਕਿ ਤੁਸੀਂ ਜਾ ਕੇ ਰਾਖਸ਼ਾਂ ਦਾ ਨਾਸ਼ ਕਰੋ ਤੇ ਮਹਿਸਾਸੁਰ ਨਾਮ ਦਾ ਜਿਹੜਾ ਰਾਖਸ਼ ਸੀ ਉਹਦੇ ਜਿੱਥੇ ਵੀ ਉਹ ਬਹੁਤ ਹੀ ਸ਼ਕਤੀਸ਼ਾਲੀ ਸੀ ਤੇ ਉਹਦੇ ਨਾਲ ਜਿਸ ਟਾਈਮ ਯੁੱਧ ਦੇਵੀ ਜਿੱਤ ਨਹੀਂ ਸਕੀ ਤਾਂ ਉਹ ਦੌੜਦੀ ਹੋਈ ਭੱਜਦੀ ਹੋਈ ਇੱਕ ਰਿਸ਼ੀ ਦੇ ਕੋਲ ਗਈ ਜੋ ਤਪੱਸਿਆ ਕਰ ਰਹੇ ਸੀ ਔਰ ਉਹਨਾਂ ਅੱਗੇ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਪਿੱਛੇ ਰਾਖਸ਼ ਨੇ ਤੇ ਤੁਸੀਂ ਮੇਰੀ ਰੱਖਿਆ ਕਰੋ। ਤੇ ਉਹ ਜਿਹੜੇ ਰਿਸ਼ੀ ਸੀ ਉਹਨਾਂ ਨੇ ਉੱਠ ਕੇ ਆਪਣੇ ਥੱਲੇ ਜਿਹੜੀ ਉਹਨਾਂ ਨੇ ਆਸਨ ਖਲ ਸ਼ੇਰ ਦੀ ਵਿਛਾਈ ਸੀ ਉਹ ਝਾੜੀ ਤੇ ਉਹਦੇ ਚੋਂ ਇੱਕ ਸ਼ਕਤੀ ਪੈਦਾ ਹੋਈ ਜਿਹਦਾ ਨਾਮ ਦੁਸ਼ਟ ਦਮਨ ਕਰਕੇ ਆਂਦਾ ਇਤਿਹਾਸ ਵਿੱਚ ਔਰ ਉਹ ਸ਼ਕਤੀ ਨੇ ਜਾ ਕੇ ਆਦਿ ਸ਼ਕਤੀ ਨਾਲ ਮਿਲ ਕੇ ਰਾਖਸ਼ਾਂ ਦਾ ਵਿਨਾਸ਼ ਕੀਤਾ, ਰਾਖਸ਼ਾਂ ਨੂੰ ਖਤਮ ਕੀਤਾ। ਉਹ ਇੰਨਾ ਸੋਹਣਾ ਰੂਪ ਦੇਖ ਕੇ ਆਦਿ ਸ਼ਕਤੀ ਜਿਹੜੇ ਸੀ ਉਹਦੇ ਮਨ ਵਿੱਚ ਆਇਆ ਕਿ ਮੈਂ ਤੁਹਾਨੂੰ ਮੈਨੂੰ ਵਰੋ, ਮੈਨੂੰ ਪਤੀ ਦੇ ਰੂਪ ਵਿੱਚ ਮੈਂ ਤੁਹਾਨੂੰ ਪਾਣਾ ਚਾਹੁੰਦੀ ਹਾਂ। ਤਾਂ ਉਸ ਟਾਈਮ ਉਹਨਾਂ ਨੇ ਕਿਹਾ ਕਿ ਅਜੇ ਨਹੀਂ, ਕਲਯੁਗ ਵਿੱਚ ਅਸੀਂ ਗੁਰੂ ਨਾਨਕ ਦੇ 10ਵੇਂ ਅਵਤਾਰ ਦੇ ਰੂਪ ਵਿੱਚ ਆਵਾਂਗੇ ਤਾਂ ਤੁਹਾਨੂੰ ਅਸੀਂ ਵਰਾਂਗੇ। ਤਾਂ ਉੱਥੋਂ ਇਹ ਵਚਨ ਜਿਹੜੇ ਹੋਏ ਔਰ ਉਹ ਫਿਰ ਕਲਯੁਗ ਵਿੱਚ ਜਿਸ ਵੇਲੇ ਦਸਮ ਪਿਤਾ ਦਸਮ ਅਵਤਾਰ ਆਏ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣੇ ਤਾਂ ਉਹ ਜਿਹੜੇ ਵਚਨ ਪੂਰੇ ਕਰਨ ਦਿੱਤੇ ਹੋਏ ਸੀ ਉਹ ਪੂਰੇ ਕਰਨ ਦਾ ਸਮੇਂ ਆ ਗਿਆ। ਤਾਂ ਉੱਥੇ ਨਾਂਦੇੜ ਜਿਹੜਾ ਹਜੂਰ ਸਾਹਿਬ ਅੱਜ ਅਸੀਂ ਕਹਿੰਦੇ ਆ ਉੱਥੇ ਉਸ ਟਾਈਮ ਦਾ ਤਪ ਸਥਾਨ ਵੀ ਹੈ ਜਿੱਥੇ ਉਹ ਰਿਸ਼ੀ ਤਪੱਸਿਆ ਕਰਦੇ ਸੀ ਤੇ ਜਿੱਥੇ ਉਹਨਾਂ ਨੂੰ ਆਦਿ ਸ਼ਕਤੀ ਨੇ ਆ ਕੇ ਮੁਲਾਕਾਤ ਕੀਤੀ, ਉਹ ਤਪ ਸਥਾਨ ਅੱਜ ਵੀ ਉੱਥੇ ਹੈ। ਤੇ ਉਹ ਫਿਰ ਜਿਸ ਟਾਈਮ ਦਸਮ ਪਿਤਾ ਨੇ ਕਿਹਾ ਕਿ ਨਹੀਂ ਅਸੀਂ ਤੇ ਗ੍ਰਸਤ ਜੀਵਨ ਜਿਹੜਾ ਸਾਡਾ ਪੂਰਨ ਹੋ ਚੁੱਕਿਆ ਤਾਂ ਉਹਨਾਂ ਨੇ ਕਿਹਾ ਅਸੀਂ ਡੋਲਾ ਲੈ ਕੇ ਵਾਪਸ ਨਹੀਂ ਜਾਣਾ ਤੇ ਤੁਸੀਂ ਇਹਨੂੰ ਜਿਸ ਤਰ੍ਹਾਂ ਵੀ ਇਹ ਸਵੀਕਾਰ ਕਰੋ, ਇਹ ਤੁਹਾਡੇ ਮਹਿਲਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੇਗੀ। ਤਾਂ ਮਾਤਾ ਸਾਹਿਬ ਦੇਵਾ ਨੇ ਮਨਜ਼ੂਰ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਠੀਕ ਹੈ ਅਸੀਂ ਸਵੀਕਾਰ ਕਰਨੇ ਆ ਲੇਕਿਨ ਇਹ ਕੁਆਰਾ ਡੋਲਾ ਰਹੇਗਾ। ਕੁਆਰਾ ਡੋਲਾ ਨਾਮ ਉਹਦਾ ਇਸ ਵਾਸਤੇ ਰਿਹਾ ਕੁਆਰਾ ਡੋਲਾ ਕਿ ਇਹਨਾਂ ਦਾ ਸਾਡਾ ਕੋਈ ਸਰੀਰਕ ਸੰਬੰਧ ਨਹੀਂ ਰਹੇਗਾ ਪਤੀ ਪਤਨੀ ਵਾਲਾ, ਆਤਮਾ ਦਾ ਰੂਹਾਨੀ ਸੰਬੰਧ ਰਹੇਗਾ। ਇਹ ਸਾਡੀ ਪਤਨੀ ਹੋਣਗੇ ਲੇਕਿਨ ਇਹਨਾਂ ਦਾ ਸਾਡਾ ਕੋਈ ਗ੍ਰਸਤੀ ਸੰਬੰਧ ਨਹੀਂ ਹੋਏਗਾ। ਤਾਂ ਮਾਤਾ ਸਾਹਿਬ ਦੇਵਾ ਨੇ ਮਨਜ਼ੂਰ ਕੀਤਾ ਔਰ ਫਿਰ ਦਸਮ ਪਿਤਾ ਦਾ ਉਹਨਾਂ ਨਾਲ 1700 ਈਸਵੀ ਵਿੱਚ ਵਿਆਹ ਹੋਇਆ ਔਰ 8 ਸਾਲ ਮਾਤਾ ਸਾਹਿਬ ਦੇਵਾ ਨੂੰ ਮਿਲੇ
ਦਸਮ ਪਿਤਾ ਦੇ ਨਾਲ ਰਹਿਣ ਦੇ। ਔਰ ਉਹਦੇ ਵਿੱਚੋਂ ਜਿਹੜਾ ਪੀਰੀਅਡ ਸੀ 1704 ਤੋਂ 1708 4 ਸਾਲ ਦਾ ਜਿਹੜਾ ਸਮਾਂ ਸੀ ਉਹ ਬਹੁਤ ਹੀ ਯੁੱਧ ਵਾਲਾ ਸਮਾਂ ਸੀ। ਜਿਸ ਵੇਲੇ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਜੀ ਨੇ ਖਾਲੀ ਕੀਤਾ, ਬਹੁਤ ਯੁੱਧ ਹੋਏ। ਉਹ ਸਮਾਂ ਮਾਤਾ ਸਾਹਿਬ ਦੇਵਾ ਨੇ ਆਪਣੀ ਅੱਖੀ ਦੇਖਿਆ ਔਰ ਆਪਣੇ ਤਨ ਤੇ ਹੰਡਾਇਆ। ਉਹ ਜਿਹੜਾ ਸਮਾਂ ਸੰਘਰਸ਼ ਦਾ ਆਇਆ ਸੀ, ਤਾਂ ਮਾਤਾ ਸਾਹਿਬ ਦੇਵਾ ਜੀ ਨੇ ਉਹ ਚੀਜ਼ ਮਨਜ਼ੂਰ ਕੀਤੀ ਔਰ ਉਹਨਾਂ ਨੂੰ ਮਹਿਲਾਂ ਵਿੱਚ ਨਿਵਾਸ ਸਥਾਨ ਮਿਲ ਗਿਆ ਔਰ ਉਹਨਾਂ ਨੇ ਮਾਤਾ ਗੁਜਰੀ ਜੀ ਦੀ ਬਹੁਤ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਔਰ ਨਾਲ ਹੀ ਉਹਨਾਂ ਨੇ ਜਿਹੜੇ ਸਾਹਿਬਜ਼ਾਦੇ ਸੀ, ਛੋਟੇ ਸਾਹਿਬਜ਼ਾਦੇ ਸੀ ਜਿਹੜੇ, ਉਹਨਾਂ ਦੀ ਪਰਵਰਿਸ਼ ਦਾ, ਉਹਨਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਚੁੱਕ ਲਈ ਔਰ ਬਹੁਤ ਪਿਆਰ ਕਰਨਾ ਸ਼ੁਰੂ ਕੀਤਾ ਔਰ ਸੇਵਾ ਔਰ ਸਿਮਰਨ ਕਰਨਾ ਸ਼ੁਰੂ ਕੀਤਾ। ਆਪਣੀ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੀ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਈਆਂ, ਨਾਲ ਨਾਲ ਸੰਗਤ ਦੀ ਸੇਵਾ ਕਰਨਾ, ਸਿਮਰਨ ਕਰਨਾ, ਪਾਠ ਪੂਜਾ ਕਰਨਾ ਔਰ ਆਪਣਾ ਪੂਰਾ ਜੀਵਨ ਇਸ ਤਰ੍ਹਾਂ ਹੀ ਦਸਮ ਪਿਤਾ ਦੇ ਚਰਨਾਂ ਚ ਅਰਪਣ ਕਰ ਦਿੱਤਾ। ਹੁਣ ਇਤਿਹਾਸ ਇਹ ਕਹਿੰਦਾ ਹੈ ਕਿ ਇੱਕ ਵਾਰੀ ਉਹ ਛੋਟੇ ਸਾਹਿਬਜ਼ਾਦੇ ਜਿਹੜੇ ਬਾਬਾ ਫਤਿਹ ਸਿੰਘ ਜੀ ਸੀ ਉਹਨਾਂ ਨੂੰ ਤਿਆਰ ਕਰ ਰਹੇ ਸੀ, ਤਾਂ ਉਹਨਾਂ ਨੂੰ ਬਹੁਤ ਸੋਹਣਾ ਬਾਣਾ ਪਹਿਨਾ ਕੇ, ਅੱਛੇ ਸ਼ਸਤਰ ਸਜਾ ਕੇ, ਉੱਚਾ ਦੁਮਾਲਾ ਸਜਾ ਕੇ ਤਿਆਰ ਕੀਤਾ। ਤੇ ਜਿਸ ਵੇਲੇ ਦਸਮ ਪਿਤਾ ਦੇ ਦਰਬਾਰ ਵਿੱਚ ਗਏ ਛੋਟੇ ਸਾਹਿਬਜ਼ਾਦੇ, ਤਾਂ ਦਸਮ ਪਿਤਾ ਦੇਖ ਕੇ ਬਹੁਤ ਹੀ ਖੁਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਦਾ ਮੇਰੀ ਇੱਕ ਲਾਡਲੀ ਫੌਜ ਹੋਏਗੀ ਜਿਨ੍ਹਾਂ ਦਾ ਨਾਮ ਨਿਹੰਗ ਸਿੰਘ ਫੌਜ, ਜਿਨ੍ਹਾਂ ਨੂੰ ਅਸੀਂ ਅੱਜ ਨਿਹੰਗ ਸਿੰਘ ਕਹਿੰਦੇ ਆ, ਉਹ ਮੇਰੀ ਲਾਡਲੀ ਫੌਜ ਇਸ ਤਰ੍ਹਾਂ ਦਾ ਬਾਣਾ ਪਾਏਗੀ। ਨਿਹੰਗ ਮਤਲਬ ਜਿਨ੍ਹਾਂ ਨੂੰ ਕੋਈ ਹੰਕਾਰ ਨਹੀਂ ਹੈ ਔਰ ਜਿਹੜੇ ਹਰ ਵਕਤ ਸੇਵਾ ਕਰਨ ਵਾਸਤੇ, ਆਪਣੀ ਜਾਨ ਤੇ ਖੇਲਣ ਵਾਸਤੇ ਤਿਆਰ ਨੇ। ਇਹ ਮੇਰੀ ਲਾਡਲੀ ਫੌਜ ਹੋਏਗੀ। ਹੁਣ ਇਹ ਵਰ ਮਿਲਿਆ ਉੱਥੋਂ ਔਰ ਉੱਥੋਂ ਫਿਰ ਉਹ ਨਿਹੰਗ ਫੌਜ ਜਿਹੜੀ ਹੈ ਉਹਦਾ ਪ੍ਰਚਲਨ ਹੋਇਆ। ਤੇ ਇਸੇ ਤਰ੍ਹਾਂ ਮਾਤਾ ਜੀ ਬਹੁਤ ਸੇਵਾ ਕਰਦੇ ਰਹੇ। ਤਾਂ ਇੱਕ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਵੀ ਪਤਨੀ ਆ ਤੇ ਮੇਰੇ ਅੰਦਰ ਵੀ ਇੱਕ ਇੱਛਾ ਹੈ ਕਿ ਮੇਰਾ ਵੀ ਕੋਈ ਆਪਣਾ ਪੁੱਤਰ ਹੋਏ। ਤਾਂ ਉਹ ਇੱਕ ਵਾਰੀ ਜਿਸ ਦਿਨ ਉਹਨਾਂ ਦਾ ਕੀ ਨਿਯਮ ਸੀ ਕਿ ਦਸਮ ਪਿਤਾ ਇੱਕ ਵਾਰੀ ਮਹਿਲ ਵਿੱਚ ਜ਼ਰੂਰ ਜਾਂਦੇ ਸੀ ਉਹਨਾਂ ਨੂੰ ਦਰਸ਼ਨ ਦੇਣ, ਔਰ ਉਹਨਾਂ ਦਾ ਨਿਯਮ ਸੀ ਕਿ ਜਦ ਤੱਕ ਮਾਤਾ ਸਾਹਿਬ ਦੇਵਾ ਜੀ ਦਸਮ ਪਿਤਾ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਸਪਰਸ਼ ਨਹੀਂ ਕਰ ਲੈਂਦੇ ਸੀ, ਉਹ ਅੰਨ ਜਲ ਗ੍ਰਹਿਣ ਨਹੀਂ ਸੀ ਕਰਦੇ। ਤਾਂ ਇਸ ਵਾਸਤੇ ਉਹਨਾਂ ਦਾ ਪ੍ਰਣ ਪੂਰਾ ਕਰਨ ਵਾਸਤੇ ਗੁਰੂ ਸਾਹਿਬ ਇੱਕ ਟਾਈਮ ਮਹਿਲ ਵਿੱਚ ਇੱਕ ਵਾਰੀ ਜ਼ਰੂਰ ਮਿਲਣ ਜਾਂਦੇ ਸੀ। ਹੁਣ ਇੱਕ ਵਾਰੀ ਜਿਸ ਵੇਲੇ ਬਹੁਤ ਉਦਾਸ ਹੋਏ ਸੀ ਤੇ ਗੁਰੂ ਸਾਹਿਬ ਨੇ ਪੁੱਛਿਆ ਕੀ ਗੱਲ ਹੈ, ਅੱਜ ਉਦਾਸ ਕਿਉਂ? ਤਾਂ ਉਹ ਅੱਖਾਂ ਚੋਂ, ਨੇਤਰਾਂ ਚੋਂ ਜਲ ਭਰ ਕੇ ਕਹਿਣ ਲੱਗੇ ਕਿ ਮੈਂ ਵੀ ਇੱਕ ਪੁੱਤਰ ਦੀ ਦਾਤ ਮੈਨੂੰ ਵੀ ਦਿਓ। ਤਾਂ ਦਸਮ ਪਿਤਾ ਨੇ ਕਿਹਾ ਕਿ ਪੁੱਤਰ ਦੀ ਦਾਤ ਤੁਸੀਂ ਮੰਗੀ ਸਾਡੇ ਕੋਲੋਂ, ਤਾਂ ਅਸੀਂ ਖਾਲਸਾ ਪੰਥ ਤੁਹਾਡੀ ਝੋਲੀ ਚ ਪਾਉਂਦੇ ਹਾਂ, ਕਿਉਂਕਿ ਸਾਡਾ ਤੁਹਾਡਾ ਇਹ ਵਚਨ ਹੋਇਆ ਕਿ ਸਾਡਾ ਗ੍ਰਸਤ ਜੀਵਨ ਨਹੀਂ ਹੋਏਗਾ ਤੇ ਅਸੀਂ ਤੁਹਾਨੂੰ ਐਸਾ ਪੁੱਤਰ ਦੇਵਾਂਗੇ ਕਿ ਤੁਹਾਨੂੰ ਖੁਦ ਵੱਧਦਾ ਹੀ ਜਾਏਗਾ, ਤੁਹਾਡਾ ਇਹ ਵੰਸ਼ ਵੱਧਦਾ ਹੀ ਜਾਏਗਾ, ਇਹਨੂੰ ਕਦੀ ਕੋਈ ਖਤਮ ਨਹੀਂ ਕਰ ਸਕੇਗਾ। ਸੰਸਾਰੀ ਪੁੱਤਰ ਤੇ ਆਖਿਰ ਇੱਕ ਦਿਨ ਚਲੇ ਜਾਣਗੇ, ਲੇਕਿਨ ਤੁਹਾਡਾ ਵੰਸ਼ ਕੋਈ ਖਤਮ ਨਹੀਂ ਕਰ ਸਕੇਗਾ। ਤੇ ਜਿਸ ਟਾਈਮ ਵੀ ਅੰਮ੍ਰਿਤ ਛਕਾਇਆ ਜਾਂਦਾ ਹੈ, ਕਿਹਾ ਜਾਂਦਾ ਹੈ ਜਿਹੜਾ ਵੀ ਅੰਮ੍ਰਿਤ ਛਕਦਾ ਹੈ ਉਹਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ, ਤੁਹਾਡੀ ਧਰਮ ਮਾਤਾ ਮਾਤਾ ਸਾਹਿਬ ਕੌਰ ਜੀ ਨੇ ਔਰ ਤੁਹਾਡਾ ਜਨਮ ਸਥਾਨ ਕੇਸਗੜ੍ਹ ਸਾਹਿਬ ਹੈ ਔਰ ਤੁਸੀਂ ਆਨੰਦਪੁਰ ਦੇ ਨਿਵਾਸੀ ਹੋ। ਆਨੰਦਪੁਰ ਮਤਲਬ ਜਿੱਥੇ ਹਮੇਸ਼ਾ ਆਨੰਦ ਹੀ ਆਨੰਦ ਹੈ, ਤੁਸੀਂ ਉਸ ਥਾਂ ਦੇ ਨਿਵਾਸੀ ਹੋ। ਇਹ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਜਿਸ ਲਈ ਅੰਮ੍ਰਿਤ ਛਕਾਇਆ ਜਾਂਦਾ। ਹੁਣ ਇੱਕ ਆਤਮਾ ਕਿੰਨਾ ਪ੍ਰੇਮ ਕਰ ਸਕਦੀ ਹੈ, ਕਿੰਨਾ ਉਹਦਾ ਸਮਰਪਣ ਹੋ ਸਕਦਾ ਹੈ, ਕਿੰਨੀ ਉੱਚੀ ਅਵਸਥਾ ਉਹ ਪਾ ਸਕਦੀ ਹੈ ਮਾਤ ਲੋਕ ਤੇ ਆ ਕੇ ਇਸ ਮਨੁੱਖੀ ਚੋਲੇ ਵਿੱਚ, ਉਹਦੀ ਮਿਸਾਲ ਮਾਤਾ ਸਾਹਿਬ ਦੇਵਾ ਜੀ ਨੇ। ਇਤਿਹਾਸ ਇਹ ਕਹਿੰਦਾ ਹੈ ਕਿ ਉਹਨਾਂ ਦਾ ਇੰਨਾ ਸੰਜਮੀ ਸੁਭਾਅ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਮਾਣ ਹੀ ਨਹੀਂ ਕੀਤਾ ਕਿ ਮੈਂ ਗੁਰੂ ਪਤਨੀ ਆ ਔਰ ਮੇਰਾ ਕੋਈ ਖਾਸ ਦਰਜਾ ਹੈ। ਉਹ ਆਪਣੇ ਜ਼ਰੂਰਤ ਦਾ ਜਿੰਨਾ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਬਸ ਉਨਾ ਹੀ ਚੀਜ਼ਾਂ ਆਪਣੇ ਕੋਲ ਰੱਖਦੇ ਸੀ, ਵਾਧੂ ਨਹੀਂ ਸੀ ਰੱਖਦੇ। ਜਿਸ ਤਰ੍ਹਾਂ ਸੰਗਤ ਬਹੁਤ ਉਪਹਾਰ ਦਿੰਦੀ ਸੀ, ਬਹੁਤ ਕੀਮਤੀ ਚੀਜ਼ਾਂ ਦਿੰਦੀ ਸੀ, ਲੇਕਿਨ ਉਹਨਾਂ ਦਾ ਸੁਭਾਅ ਇੰਨਾ ਸੰਜਮੀ ਸੀ ਕਿ ਉਹਨਾਂ ਨੂੰ ਜੋ ਲੋੜ ਹੁੰਦੀ ਸੀ ਬਸ ਉਹੀ ਰੱਖਦੇ ਸੀ, ਬਾਕੀ ਦੂਸਰਿਆਂ ਨੂੰ ਦੇ ਦਿੰਦੇ ਸੀ, ਵੰਡ ਦਿੰਦੇ ਸੀ। ਇੱਕ ਹਰ ਵਕਤ ਹਸਮੁਖ ਸੁਭਾਅ ਸੀ ਉਹਨਾਂ ਦਾ, ਹਰ ਵਕਤ ਚਿਹਰਾ ਹੱਸੂ ਕਰਦਾ ਰਹਿੰਦਾ ਸੀ ਕਿ ਕੋਈ ਦੁਖੀ, ਕੋਈ ਗਰੀਬ, ਕੋਈ ਦੀਨ ਉਹਨਾਂ ਦੇ ਔਰਾ ਵਿੱਚ ਵੀ ਆ ਜਾਂਦਾ ਸੀ ਨਾ ਤੇ ਉਹ ਸਾਰੇ ਦੁੱਖ ਭੁੱਲ ਜਾਂਦਾ ਸੀ। ਇੰਨਾ ਉਹਨਾਂ ਦਾ ਚਿਹਰਾ ਮੱਥਾ ਖਿੜਿਆ ਹੋਇਆ ਹੁੰਦਾ ਸੀ, ਹੱਸਦਾ ਰਹਿੰਦਾ ਸੀ। ਤੀਸਰਾ ਉਹਨਾਂ ਦਾ ਗੁਣ ਸੀ ਮਿਲਾਪੜਾ ਸੁਭਾਅ।
कोई किसी किस्म का उन्हां दे अंदर हंकार नहीं सी, अमीर है गरीब है जिस तरह का भी कोई सिख है कोई भी है, वो सारिਆਂ नाल उसे ही प्रेम नाल मिलते सन। बहुत ही उन्हां दा मिलापड़ा सुभाਅ सी और हर किसी दी मदद करदे सी और हर वक्त संगत दी सेवा विच रहिंदे सी। खिमा दी मूर्ति, अगर किसी नूं खिमा करना है, कोई किसी दी गलती हो गई तां ओह बहुत ही आसानी नाल उन्हां नूं खिमा कर दिंदे सी। उन्हां दे अंदर बिल्कुल भी किसी किस्म दा मान नहीं सी कि मेरा कोई ओहदा है गुरु घर विच, और ज़्यादा समय बंदगी विच रहिंदे सी। घट बोलना, घट गल करनी, संजम विच रहना और ज़्यादा समय साधना विच रहना। बहुत लंबा उन्हां दा चौंकड़ा हुंदा सी, बहुत लंबे समय तक वो साधना करदे सी। तां एक निस्वार्थ सेवा किस तरह गुरु घर दी, गुरु दी करनी चाहीदी है, ਉਹ ਉਹਨਾਂ ਨੇ ਆਪਣੇ ਜੀਵਨ ਵਿੱਚ ਕਰਕੇ ਦਿਖਾਈ। और जिस टाइम सारे युद्ध हो गए, सब कुछ हो गया और दसम पिता जिस वेले दिल्ली पहुंचे, ਤਾਂ ਦਿੱਲੀ ਆ ਕੇ ਉਹਨਾਂ ਨੇ ਮਾਤਾ ਸਾਹਿਬ ਦੇਵਾ ਔਰ ਮਾਤਾ ਸੁੰਦਰੀ ਜੀ ਸੀ, ਭੈਣਾਂ ਦੀ ਤਰ੍ਹਾਂ ਦੋਨੋਂ ਰਹਿੰਦੇ ਸੀ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਦਿੱਲੀ ਹੀ ਰਹੋ, ਸਾਡੇ ਨਾਲ ਨਹੀਂ, ਨੰਦੇੜ ਨਹੀਂ ਜਾਣਾ। ਲੇਕਿਨ ਮਾਤਾ ਸਾਹਿਬ ਦੇਵਾ ਨੇ ਕਿਹਾ ਕਿ ਮੈਂ ਤਾਂ, ਮੇਰਾ ਤੇ ਨਿਯਮ ਹੈ ਕਿ ਮੈਂ ਤੁਹਾਡੇ ਦਰਸ਼ਨ ਕੀਤੇ ਬਿਨਾ ਕੁਛ ਨਹੀਂ ਖਾਂਦੀ, ਤਾਂ ਮੈਂ ਤੁਹਾਡੇ ਨਾਲ ਚੱਲਾਂਗੀ। ਤਾਂ ਮਾਤਾ ਸੁੰਦਰੀ ਜੀ ਨੂੰ ਦਿੱਲੀ ਛੋੜਿਆ, ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਕੀਤਾ, ਵਚਨ ਦਿੱਤਾ ਕਿ ਤੁਸੀਂ ਦਿੱਲੀ ਹੀ ਰਹਿਣਾ ਹੈ। ਤੇ ਮਾਤਾ ਸਾਹਿਬ ਦੇਵਾ ਗੁਰੂ ਸਾਹਿਬ ਨਾਲ ਨੰਦੇੜ ਚਲੇ ਗਏ ਔਰ ਤਕਰੀਬਨ 9 ਕੁ ਮਹੀਨੇ ਉੱਥੇ ਗੁਰੂ ਸਾਹਿਬ ਦਾ ਉਹਨਾਂ ਨੂੰ ਸਾਥ ਮਿਲਿਆ। ਔਰ ਉਹਨਾਂ ਦਾ ਜਿਹੜਾ ਅਸਥਾਨ ਸੀ ਉਹ ਗੁਰੂ ਸਾਹਿਬ ਦੇ ਡੇਰੇ ਤੋਂ ਕੁਝ ਦੂਰੀ ਤੇ ਹੁੰਦਾ ਸੀ, ਔਰ ਇੱਕ ਟਾਈਮ ਗੁਰੂ ਸਾਹਿਬ ਜ਼ਰੂਰ ਉਹਨਾਂ ਨੂੰ ਮਿਲਣ ਜਾਂਦੇ ਸੀ ਔਰ ਜਾ ਕੇ ਉਹਨਾਂ ਕੋਲ ਪ੍ਰਸ਼ਾਦ ਛਕਦੇ ਸੀ ਔਰ ਫਿਰ ਉਹਨਾਂ ਨੂੰ ਮਿਲ ਕੇ ਆਪਣੇ ਬਾਕੀ ਕੰਮ ਕਰਨ ਲੱਗ ਜਾਂਦੇ ਸੀ। ਔਰ ਉੱਥੇ ਗੁਰਦੁਆਰਾ ਹਜੂਰ ਸਾਹਿਬ ਬਣਿਆ ਹੈ ਮਾਤਾ ਸਾਹਿਬ ਦੇਵਾ ਦਾ ਨੰਦੇੜ ਸਾਹਿਬ ਵਿੱਚ, ਜਿੱਥੇ ਗੁਰੂ ਸਾਹਿਬ ਉਹਨਾਂ ਨੂੰ ਮਿਲਣ ਜਾਂਦੇ ਸੀ ਔਰ ਹਮੇਸ਼ਾ ਉੱਥੇ ਲੰਗਰ ਲੱਗਦਾ ਰਹਿੰਦਾ, ਕਿਉਂਕਿ ਉਹਨਾਂ ਦੀ ਤਪੱਸਿਆ ਬਹੁਤ ਸੀ, ਮਾਤਾ ਸਾਹਿਬ ਦੇਵਾ ਦੀ ਸਾਧਨਾ ਬਹੁਤ ਸੀ। ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਪਤਾ ਚੱਲ ਗਿਆ ਕਿ ਗੁਰੂ ਸਾਹਿਬ ਦਾ ਮਾਤ ਲੋਕ ਨੂੰ ਛੱਡ ਕੇ ਜਾਣ ਦਾ ਸਮਾਂ ਆ ਗਿਆ। ਔਰ ਗੁਰੂ ਸਾਹਿਬ ਵੀ ਇਹ ਚੀਜ਼ ਜਾਣਦੇ ਸੀ। ਤਾਂ ਗੁਰੂ ਸਾਹਿਬ ਨੇ 1708 ਈਸਵੀ ਵਿੱਚ ਮਾਤਾ ਸਾਹਿਬ ਦੇਵਾ ਨੂੰ ਕਿਹਾ ਕਿ ਹੁਣ ਤੁਸੀਂ ਵਾਪਿਸ ਆਪਣੀ ਭੈਣ ਕੋਲ ਮਾਤਾ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ, ਕਿਉਂਕਿ ਹੁਣ ਅਸੀਂ ਜਾਣ ਦਾ ਸਾਡਾ ਸਮੇਂ ਆ ਗਿਆ। ਤਾਂ ਬਹੁਤ ਵੈਰਾਗ ਕੀਤਾ ਮਾਤਾ ਸਾਹਿਬ ਦੇਵਾ ਨੇ ਕਿ ਮੈਂ ਨਹੀਂ ਤੁਹਾਡੇ ਦਰਸ਼ਨ ਦੇ ਬਿਨਾ ਨਹੀਂ ਰਹਿ ਸਕਦੀ। ਤਾਂ ਗੁਰੂ ਸਾਹਿਬ ਨੇ ਉਸ ਟਾਈਮ ਉਹਨਾਂ ਨੂੰ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਨੇ ਜਿਹੜੀ ਮੀਰੀ ਪੀਰੀ ਦੀਆਂ 2 ਤਲਵਾਰਾਂ ਪਈਆਂ ਸੀ, ਉਹ 2 ਤਲਵਾਰਾਂ ਉਹਨਾਂ ਨੂੰ ਦਿੱਤੀਆਂ ਔਰ ਆਪਣੇ ਕਮਰ ਕੱਸੇ ਦੇ 5 ਸ਼ਸਤਰ ਦਿੱਤੇ ਔਰ ਇੱਕ ਮੋਹਰ ਦਿੱਤੀ ਕਿ ਤੁਸੀਂ ਜਦੋਂ ਵੀ ਕੋਈ ਜ਼ਰੂਰਤ ਹੋਵੇ, ਕਦੀ ਵੀ ਤੁਸੀਂ ਖਾਲਸਾ ਪੰਥ ਨੂੰ ਹੁਕਮ ਜਾਰੀ ਕਰ ਸਕਦੇ ਹੋ, ਹੁਕਮਨਾਮਾ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ। ਤੇ ਉਹ ਮੋਹਰ ਦਿੱਤੀ ਕਿ ਤੁਸੀਂ ਇਹ ਮੋਹਰ ਲਗਾ ਕੇ ਸਾਡੀ, ਤੁਸੀਂ ਹੁਕਮਨਾਮਾ ਖਾਲਸਾ ਪੰਥ ਦੇ ਨਾਮ ਜਾਰੀ ਕਰ ਸਕਦੇ ਹੋ ਤੇ ਤੁਸੀਂ ਖਾਲਸਾ ਪੰਥ ਦੀ ਸੰਭਾਲ ਕਰਨੀ ਹੈ। ਤੇ ਉਹ 5 ਸ਼ਸਤਰ ਆਪਣੇ ਦਿੱਤੇ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਦਿੱਤੀਆਂ, ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀ। ਤੇ ਕਿਹਾ ਕਿ ਜਿਸ ਵੇਲੇ ਤੁਸੀਂ ਸਵੇਰੇ ਸ਼ਸਤਰਾਂ ਨੂੰ ਇਸ਼ਨਾਨ ਕਰਾ ਕੇ ਇਹਨਾਂ ਦੇ ਸਾਹਮਣੇ ਬੈਠ ਕੇ ਤਪੱਸਿਆ ਕਰੋਗੇ, ਸਾਧਨਾ ਕਰੋਗੇ, ਤਾਂ ਇਹਨਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਔਰ ਫਿਰ ਉਹਨਾਂ ਨੇ ਮਾਤਾ ਸਾਹਿਬ ਦੇਵਾ ਨੂੰ ਉੱਥੋਂ ਨੰਦੇੜ ਸਾਹਿਬ ਤੋਂ ਵਾਪਿਸ ਦਿੱਲੀ ਭੇਜ ਦਿੱਤਾ ਮਾਤਾ ਸੁੰਦਰੀ ਜੀ ਕੋਲ। ਤਾਂ ਮਾਤਾ ਸਾਹਿਬ ਦੇਵਾ ਜੀ ਉਹ ਗੁਰੂ ਸਾਹਿਬ ਕੋਲੋਂ ਅਸੀਸ ਲੈ ਕੇ, ਸ਼ਸਤਰ ਲੈ ਕੇ, ਪਾਲਕੀ ਵਿੱਚ ਸਜਾ ਕੇ ਔਰ ਇੱਥੇ ਗੁਰੂ ਸਾਹਿਬ ਨੇ ਕੁਝ ਸਿੱਖਾਂ ਨੂੰ ਵੀ ਨਾਲ ਭੇਜਿਆ ਔਰ ਇੱਕ ਬੱਚਾ ਸੀ ਜਿਹਦਾ ਨਾਮ ਜੱਸਾ ਸਿੰਘ ਆਹਲੂਵਾਲੀਆ, ਬਾਅਦ ਚ ਜਿਹੜੇ ਖਾਲਸਾ ਪੰਥ ਦੇ ਜਰਨੈਲ ਬਣੇ। ਉਸ ਟਾਈਮ ਉਹਨਾਂ ਦੀ ਉਮਰ ਬਹੁਤ ਛੋਟੀ ਸੀ, 12 ਸਾਲ ਦੀ ਕਹਿੰਦੇ ਨੇ ਉਮਰ ਸੀ। ਤਾਂ ਉਹ ਔਰ ਉਹਨਾਂ ਦੀ ਮਾਤਾ ਜੀ ਨੂੰ ਵੀ ਨਾਲ ਭੇਜਿਆ ਸੇਵਾ ਵਾਸਤੇ। ਤਾਂ ਉਹ ਬੱਚਾ ਸੀ ਤੇ ਉਹ ਬਹੁਤ ਮਾਤਾ ਸਾਹਿਬ ਦੇਵਾ ਦੀ ਸੇਵਾ ਕਰਦੇ ਸੀ। ਤਾਂ ਮਾਤਾ ਸਾਹਿਬ ਦੇਵਾ ਦੀ ਦੇਖ ਰੇਖ ਵਿੱਚ ਉਹਨਾਂ ਦੀ ਪਰਵਰਿਸ਼ ਹੋਈ ਔਰ ਉਹਨਾਂ ਨੇ ਉਹਨੂੰ ਇੱਕ ਯੋਧਾ, ਮਹਾਨ ਯੋਧਾ ਦਾ ਰੂਪ ਦਿੱਤਾ ਔਰ ਜਿਨ੍ਹਾਂ ਨੇ ਬਾਅਦ ਚੋਂ ਖਾਲਸਾ ਪੰਥ ਦੀ ਕਮਾਨ ਸੰਭਾਲੀ ਤੇ ਬਹੁਤ ਨਾਮ ਕਮਾਇਆ ਆਪਣਾ। ਔਰ ਲਾਲ ਕਿਲੇ 'ਚ ਉਹਨਾਂ ਨੇ ਸਿੱਖ ਰਾਜ ਦਾ ਝੰਡਾ ਵੀ ਫਹਿਰਾਇਆ ਔਰ ਪਹਿਲੇ ਹੀ ਘੱਟ ਬੋਲਦੇ ਸੀ, ਘੱਟ ਖਾਂਦੇ ਸੀ। ਜਿਸ ਟਾਈਮ ਉਹ ਵਾਪਿਸ ਦਿੱਲੀ ਮਾਤਾ ਸੁੰਦਰੀ ਜੀ ਕੋਲ ਆਏ ਤਾਂ ਉਹਨਾਂ ਨੇ ਹੋਰ ਜ਼ਿਆਦਾ ਆਪਣੇ ਆਪ ਨੂੰ ਮੌਨ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਜ਼ਿਆਦਾ ਸਮੇਂ ਸਿਮਰਨ, ਨਾਮ, ਮੈਡੀਟੇਸ਼ਨ ਵਿੱਚ ਰਹਿਣ ਲੱਗ ਗਏ
ਔਰ ਦਸਮ ਪਿਤਾ ਨੇ ਉਹਨਾਂ ਕੋਲੋਂ ਇਹ ਵਚਨ ਲਿਆ ਸੀ ਕਿ ਕਿਉਂਕਿ ਉਹਨਾਂ ਦੇ ਅੰਦਰ ਇੰਨੀ ਸ਼ਕਤੀ ਸੀ, ਯੋਗ ਸ਼ਕਤੀ ਸੀ, ਕਿ ਦਸਮ ਪਿਤਾ ਜਾਣਦੇ ਸੀ ਕਿ ਇਹ ਸਾਡਾ ਵਿਛੋੜਾ ਜਿਹੜਾ ਇਹ ਬਰਦਾਸ਼ਤ ਨਹੀਂ ਕਰ ਸਕਣਗੇ, ਤਾਂ ਆਪਣੀ ਇੱਛਾ ਨਾਲ ਸਰੀਰ ਛੱਡ ਸਕਦੇ ਨੇ, ਇਹਨਾਂ ਦੇ ਅੰਦਰ ਇੰਨੀ ਸ਼ਕਤੀ ਹੈ। ਤਾਂ ਦਸਮ ਪਿਤਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਰੀਰ ਨਹੀਂ ਛੱਡਣਾ, ਜਿੰਨੀ ਉਮਰ ਪਰਮਾਤਮਾ ਨੇ ਦਿੱਤੀ ਹੈ ਉਹ ਤੁਸੀਂ ਸਾਰੀ ਭੋਗਣੀ ਹੈ, ਔਰ ਤੁਸੀਂ ਇੱਛਾ ਨਾਲ ਸਰੀਰ ਨਹੀਂ ਛੱਡਣਾ, ਸਮਰਪਣ, ਐਕਸੈਪਟੈਂਸ ਔਰ ਸਰੈਂਡਰ ਵਿੱਚ ਰਹਿਣਾ, ਔਰ ਖਾਲਸਾ ਪੰਥ ਦੀ ਸੰਭਾਲ ਕਰਨੀ ਸਾਡੇ ਬਾਅਦ। ਤਾਂ ਦਸਮ ਪਿਤਾ ਦੇ ਸਰੀਰ ਮਾਤ ਲੋਕ ਤੋਂ ਜਾਣ ਤੋਂ ਬਾਅਦ 39 ਸਾਲ ਮਾਤਾ ਸਾਹਿਬ ਦੇਵਾ ਜੀ ਨੇ ਖਾਲਸਾ ਪੰਥ ਦੀ ਕਮਾਨ ਸੰਭਾਲੀ, ਔਰ 9 ਹੁਕਮਨਾਮੇ ਉਹਨਾਂ ਦੇ ਲਿਖਿਤ ਜਿਹੜੇ ਨੇ, ਉਹ ਇਤਿਹਾਸ ਕਹਿੰਦਾ ਹੈ ਕਿ ਅੱਜ ਵੀ ਇਤਿਹਾਸ ਵਿੱਚ ਉਹ ਹੁਕਮਨਾਮੇ ਨੇ ਜਿੱਥੇ ਉਹਨਾਂ ਨੇ ਸੰਗਤਾਂ ਦੇ ਨਾਮ ਹੁਕਮਨਾਮੇ ਜਿਹੜੇ ਨੇ ਉਹ ਦਿੱਤੇ, ਔਰ ਖਾਲਸਾ ਪੰਥ ਦੀ 39 ਸਾਲ ਕਮਾਨ ਸੰਭਾਲੀ। ਔਰ ਇੱਥੇ ਹਰ ਇੱਕ ਦੇ ਜੀਵਨ ਵਿੱਚ ਕਿਸ ਤਰ੍ਹਾਂ ਘਟਨਾਵਾਂ ਹੁੰਦੀਆਂ ਨੇ ਔਰ ਕਿਸ ਤਰ੍ਹਾਂ ਅਸੀਂ ਆਪਣੀ ਸਮਝ ਬੂਝ ਨਾਲ ਉਹਨਾਂ ਦਾ ਸਮਾਧਾਨ ਕਰ ਸਕਦੇ ਹਾਂ, ਉਹਦੀ ਬਹੁਤ ਸੁੰਦਰ ਮਿਸਾਲ ਦਿੱਤੀ। ਜਿਸ ਟਾਈਮ ਮਾਤਾ ਜੀ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾ ਜੀ ਦਿੱਲੀ ਇਕੱਠੇ ਰਹਿੰਦੇ ਸੀ, ਤਾਂ ਕੁਝ ਜਿਹੜੇ ਮਸੰਦ ਸੀ ਉਹਨਾਂ ਨੇ ਦੋਨਾਂ ਵਿੱਚ ਝਗੜਾ ਪਾਉਣ ਦੀ, ਮਤਭੇਦ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਧਰ ਉੱਧਰ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਤਾਂ ਉਸ ਟਾਈਮ ਮਾਤਾ ਸਾਹਿਬ ਦੇਵਾ ਜੀ ਨੇ ਮਸੰਦਾਂ ਨੂੰ ਇਹ ਤਾੜਨਾ ਕੀਤੀ ਕਿ ਗੁਰੂ ਪਰਿਵਾਰ ਇੱਕ ਹੈ, ਗੁਰੂ ਪਰਿਵਾਰ ਨੂੰ ਦੋ ਨਾ ਸਮਝੋ, ਜੋ ਮਾਤਾ ਸੁੰਦਰੀ ਜੀ ਕਹਿ ਰਹੇ ਨੇ, ਜੋ ਮਾਤਾ ਸੁੰਦਰੀ ਜੀ ਕਰ ਰਹੇ ਨੇ ਉਹੀ ਹੁਕਮ ਹੈ, ਔਰ ਮੈਂ ਉਹੀ ਮੇਰਾ ਵੀ ਹੁਕਮ ਹੈ। ਤਾਂ ਉਹਨਾਂ ਨੂੰ ਮਾਤਾ ਸਾਹਿਬ ਦੇਵਾ ਜੀ ਨੇ ਉੱਥੇ ਹੀ ਉਹਨਾਂ ਦੀ ਚਾਲ ਜਿਹੜੀ ਸੀ ਉਹਨੂੰ ਖਤਮ ਕਰ ਦਿੱਤਾ ਕਿ ਗੁਰੂ ਪਰਿਵਾਰ ਇੱਕ ਹੈ, ਦੋ ਨਹੀਂ। ਔਰ ਉਹਨਾਂ ਨੇ ਜਿਹੜੇ 9 ਹੁਕਮਨਾਮੇ ਸੰਗਤ ਨੂੰ ਇਸ਼ੂ ਕੀਤੇ, ਜੋ ਸੰਗਤ ਦੇ ਨਾਮ ਲਿਖੇ, ਹਰ ਇੱਕ ਹੁਕਮਨਾਮੇ ਵਿੱਚ ਉਹ ਇਹ ਲਿਖਦੇ ਸੀ, ਮੇਰੇ ਪਿਆਰੇ ਫਰਜ਼ੰਦ, ਮਤਲਬ ਪੁੱਤਰ, ਫਰਜ਼ੰਦ ਪੁੱਤਰ। ਔਰ ਜੋ ਗੁਰੂ ਸਾਹਿਬ ਨੇ ਰੀਤ ਬਣਾਈ ਹੈ ਸੰਗਤ ਔਰ ਪੰਗਤ ਦੀ, ਇਹਨੂੰ ਚਾਲੂ ਰੱਖਣਾ, ਇਹਨੂੰ ਅੱਗੇ ਵਧਾਉਂਦੇ ਰਹਿਣਾ। ਔਰ ਉਹਨਾਂ ਨੇ ਸੰਗਤਾਂ ਦੇ ਨਾਮ ਜਗ੍ਹਾ ਜਗ੍ਹਾ ਇਹ ਹੁਕਮਨਾਮੇ ਇਸ਼ੂ ਭੇਜੇ ਕਿ ਜਿਹੜੀ ਗੁਰੂ ਸਾਹਿਬ ਨੇ ਰੀਤ ਬਣਾਈ ਹੈ ਸੰਗਤ ਔਰ ਪੰਗਤ ਦੀ, ਇਹ ਰੀਤ ਐਸੇ ਤਰ੍ਹਾਂ ਚਲਦੀ ਰਹੇ। ਤਾਂ ਬਹੁਤ ਹੀ ਚੰਗੀ ਉਹਨਾਂ ਨੇ ਸੰਭਾਲ ਕੀਤੀ ਔਰ ਮਾਤਾ ਸੁੰਦਰੀ ਜੀ ਨਾਲ ਰਹੇ। ਔਰ ਫਿਰ ਬਹਾਦਰ ਸ਼ਾਹ, ਜਿਸ ਟਾਈਮ ਬਹਾਦਰ ਸ਼ਾਹ ਤੋਂ ਬਾਅਦ ਜਿਹੜਾ ਦੂਸਰਾ ਰਾਜਾ ਬਣਿਆ, ਤਾਂ ਉਹਨੇ ਫਿਰ ਹੀ ਬਹੁਤ ਸਾਰੇ ਸਿੱਖਾਂ ਤੇ ਜ਼ੁਲਮ ਕਰਨੇ ਸ਼ੁਰੂ ਕੀਤੇ। ਤਾਂ ਉਸ ਸਮੇਂ ਮਾਤਾ ਸੁੰਦਰੀ ਜੀ ਨਾਲ ਮਾਤਾ ਸਾਹਿਬ ਦੇਵਾ ਜੀ ਸੰਗਤ ਦੇ ਬੁਲਾਣੇ ਤੇ ਮਥੁਰਾ ਚਲੇ ਗਏ ਕੁਝ ਸਮੇਂ, ਤੇ ਫਿਰ ਕੁਝ ਸਮੇਂ ਮਥੁਰਾ ਰਹੇ। ਔਰ ਫਿਰ ਜਿਸ ਵੇਲੇ ਦਿੱਲੀ ਦਾ ਮਾਹੌਲ ਠੀਕ ਹੋ ਗਿਆ ਤਾਂ ਫਿਰ ਵਾਪਸ ਦਿੱਲੀ ਆ ਗਏ, ਔਰ ਜਿੱਥੇ ਅੱਜ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਹੈ ਉੱਥੇ ਉਹ ਰਹਿਣ ਲੱਗ ਗਏ। ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਿੱਖ ਯੋਧੇ ਤਿਆਰ ਕੀਤੇ ਔਰ ਉਹਨਾਂ ਦੀ ਅਗਵਾਈ ਕੀਤੀ, ਉਹਨਾਂ ਦਾ ਮਾਰਗਦਰਸ਼ਨ ਕੀਤਾ। ਇੱਕ ਔਰਤ ਦੇ ਜਾਮੇ ਵਿੱਚ ਰਹਿ ਕੇ ਪੰਥ ਦਾ ਲੀਡਰਸ਼ਿਪ ਕਰਨਾ, ਮਾਰਗਦਰਸ਼ਨ ਕਰਨਾ, ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਖਾਲਸਾ ਪੰਥ ਦੀ ਮਾਤਾ ਦਾ ਦਸਮ ਪਿਤਾ ਨੇ ਉਹਨਾਂ ਨੂੰ ਖਿਤਾਬ ਦਿੱਤਾ, ਔਰ ਦਸਮ ਪਿਤਾ ਨਾਲ ਜਿਹੜਾ ਉਹਨਾਂ ਨੇ ਆਤਮਾ ਦਾ ਪਿਆਰ ਕੀਤਾ, ਇੱਕ ਅਧਿਆਤਮਿਕ ਪਿਆਰ ਕੀਤਾ ਕਿ ਇੱਕ ਅਗਰ ਕੋਈ ਸਮਰਪਣ ਕਰਦਾ ਹੈ ਤੇ ਉਹ ਕਿਸ ਤਰ੍ਹਾਂ, ਕਿਸ ਹੱਦ ਤੱਕ ਸਮਰਪਣ ਕਰ ਸਕਦਾ, ਉਹ ਇੱਕ ਮਿਸਾਲ ਕਾਇਮ ਕੀਤੀ ਕਿ ਹਰ ਇੱਕ ਰਿਸ਼ਤੇ ਦਾ ਜ਼ਰੂਰੀ ਨਹੀਂ ਹੈ ਕਿ ਉਹ ਸਰੀਰ ਤੇ ਹੀ ਖਤਮ ਹੋ ਜਾਂਦਾ ਹੈ। ਆਤਮਾ ਦਾ ਜਿਹੜਾ ਰਿਸ਼ਤਾ ਹੈ ਉਹ ਜੁਗਾਂ ਜੁਗਾਂ ਤੱਕ ਰਹਿੰਦਾ, ਉਹ ਕਦੀ ਖਤਮ ਨਹੀਂ ਹੁੰਦਾ। ਤੇ ਗੁਰੂ ਜਿਹੜਾ, ਗੁਰੂ ਨਾਲ ਜਿਹਦਾ ਰਿਸ਼ਤਾ ਆਤਮਾ ਦਾ ਹੋ ਗਿਆ, ਫਿਰ ਉਹ ਸਦਾ ਵਾਸਤੇ ਅਮਰ ਹੋ ਜਾਂਦਾ। ਮੇਲ ਔਰ ਫੀਮੇਲ એનર્ਜੀ ਦਾ ਇੱਕ ਸੰਗਮ ਮਾਤਾ ਸਾਹਿਬ ਦੇਵਾ, ਜਿਨ੍ਹਾਂ ਨੇ ਜ਼ਰੂਰਤ ਪਈ ਸਮਰਪਣ ਨਾਲ, ਪ੍ਰੇਮ ਨਾਲ ਆਪਣੇ ਪਤੀ ਦੀ ਸੇਵਾ ਕੀਤੀ, ਔਰ ਜਿਸ ਵੇਲੇ ਜ਼ਰੂਰਤ ਪਈ ਤਾਂ ਉਹ ਜਿਹੜੇ ਉਹਨਾਂ ਨੇ ਜਿਹੜੇ ਆਦਰਸ਼ ਬਣਾਏ ਸੀ, ਜਿਸ ਕੰਮ ਵਾਸਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਤਾਂ ਖਾਲਸਾ ਪੰਥ ਦੀ ਅਗਵਾਈ ਕੀਤੀ ਤਾਂ ਕਿ ਧਰਤੀ ਤੇ ਪ੍ਰਕਾਸ਼, ਸ਼ਾਂਤੀ ਔਰ ਹੀਲਿੰਗ, ਮਨੁੱਖਤਾ ਦੀ ਹੀਲਿੰਗ ਹੋ ਸਕੇ ਔਰ ਅਰਥ ਪਲੈਨਟ ਦੀ ਹੀਲਿੰਗ ਹੋ ਸਕੇ। ਆਪਣਾ ਪੂਰਾ ਜੀਵਨ ਜਿਹੜਾ ਸੀ ਐਸੇ ਸੇਵਾ ਵਿੱਚ ਸਮਰਪਿਤ ਕਰ ਦਿੱਤਾ।
और माता साहिब देवा जी ਜਿਹੜੇ ਸੀ ਉਹਨਾਂ ਨੇ 66 ਸਾਲ ਦੀ ਉਮਰ ਆਪਣੀ ਭੋਗੀ ਔਰ ਉਹ ਹਰ ਦਿਨ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਸ਼ਸਤਰਾਂ ਦੀ ਪੂਜਾ ਕਰਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਸੀ। ਔਰ ਬਹੁਤ ਸਮੇਂ ਪਹਿਲੇ ਜਿਸ ਟਾਈਮ ਅਸੀਂ ਇੱਥੇ ਦਿੱਲੀ ਰਹਿੰਦੇ ਹਾਂ ਔਰ ਅਸੀਂ ਗੁਰਦੁਆਰੇ ਜਾਂਦੇ ਸੀ ਮਾਤਾ ਸੁੰਦਰੀ ਦੇ, ਤਾਂ ਉੱਥੇ ਇੱਕ ਥੱਲੇ ਭੋਰਾ ਸਾਹਿਬ ਬਣਿਆ ਸੀ ਜਿੱਥੇ ਸ਼ਸਤਰ ਪਏ ਹੋਏ ਸੀ, ਜਿੱਥੇ ਮਾਤਾ ਸਾਹਿਬ ਦੇਵਾ ਔਰ ਮਾਤਾ ਸੁੰਦਰੀ ਜੀ ਆਪਣੀ ਸਾਧਨਾ ਕਰਦੇ ਸੀ। ਬਹੁਤ ਹੀ ਊਰਜਾਵਾਨ ਜਗ੍ਹਾ ਸੀ ਉਹ। ਉਸ ਟਾਈਮ ਅਸੀਂ ਇੰਨੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ, ਅਸੀਂ ਬਸ ਜਾਂਦੇ ਸੀ ਮੱਥਾ ਟੇਕ ਕੇ ਆ ਜਾਂਦੇ ਸੀ। ਇੱਕ ਅਲੱਗ ਹੀ ਸ਼ਾਂਤੀ ਔਰ ਅਲੱਗ ਹੀ ਊਰਜਾ ਸੀ ਉਸ ਜਗ੍ਹਾ ਦੀ। ਲੇਕਿਨ ਅੱਜ ਉਹ ਜਿਹੜਾ ਕਮਰਾ ਜਿੱਥੇ ਉਹਨਾਂ ਨੇ ਸਾਧਨਾ ਕੀਤੀ, ਉਹ ਅੱਜ ਉਹਨਾਂ ਨੇ ਉੱਥੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਤਾ, ਅੱਜ ਉਹ ਕਮਰਾ ਨਹੀਂ ਹੈ ਉੱਥੇ। ਲੇਕਿਨ ਮੈਂ ਖੁਦ ਆਪਣੀ ਅੱਖਾਂ ਨਾਲ ਕਈ ਵਾਰ ਜਾ ਕੇ ਦੇਖਿਆ ਔਰ ਉੱਥੇ ਦਰਸ਼ਨ ਕੀਤੇ। ਉਸ ਸਮੇਂ ਮੈਨੂੰ ਧਿਆਨ ਦਾ ਪਤਾ ਨਹੀਂ ਸੀ, ਲੇਕਿਨ ਅੱਜ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਕਿੰਨਾ ਉੱਥੇ ਸਕੂਨ ਔਰ ਸ਼ਾਂਤੀ ਸੀ। ਤਾਂ ਮਾਤਾ ਸੁੰਦਰੀ ਮਾਤਾ ਸਾਹਿਬ ਦੇਵਾ ਜੀ ਨੇ ਜਿਸ ਵੇਲੇ ਦੇਖਿਆ ਕਿ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, ਤੇ ਉਹਨਾਂ ਨੇ ਉਹ ਜਿਹੜੇ ਸ਼ਸਤਰ ਗੁਰੂ ਸਾਹਿਬ ਨੇ ਦਿੱਤੇ ਸੀ, ਮੋਹਰ ਦਿੱਤੀ ਸੀ, ਉਹ ਮਾਤਾ ਸੁੰਦਰੀ ਜੀ ਨੂੰ ਦੇ ਦਿੱਤੀ ਔਰ ਉਹਨਾਂ ਨੂੰ ਦੱਸ ਦਿੱਤਾ ਕਿ ਸਾਡਾ ਹੁਣ ਜਾਣ ਦਾ ਸਮੇਂ ਆ ਗਿਆ, ਅਸੀਂ ਜਾ ਰਹੇ ਹਾਂ ਸਰੀਰ ਛੋੜ ਕੇ, ਔਰ ਇਹਨਾਂ ਚੀਜ਼ਾਂ ਦੀ, ਇਹ ਗੁਰੂ ਜੀ ਦੇ ਸ਼ਸਤਰਾਂ ਦੀ ਤੁਸੀਂ ਸੰਭਾਲ ਕਰਨਾ। ਔਰ ਉਹ ਤਿਆਰ ਹੋ ਕੇ ਨਾ ਆਪਣੀ ਸਵੇਰ ਦਾ ਜੋ ਵੀ ਉਹਨਾਂ ਦਾ ਨਿਤ ਕਰਮ ਸੀ ਉਹ ਕਰਕੇ ਸਾਧਨਾ 'ਚ ਬੈਠ ਗਏ ਸ਼ਸਤਰਾਂ ਦੇ ਕੋਲ ਔਰ ਆਪਣੀ ਇੱਛਾ ਨਾਲ ਹੀ ਸਰੀਰ ਦਾ ਤਿਆਗ ਕਰ ਦਿੱਤਾ। ਔਰ ਮਾਤਾ ਸੁੰਦਰੀ ਜੀ ਨੇ ਬਾਲਾ ਸਾਹਿਬ ਜਿਹੜਾ ਗੁਰਦੁਆਰਾ ਹੈ ਜਿੱਥੇ 8ਵੇਂ ਪਾਤਸ਼ਾਹ ਦਾ ਵੀ ਸੰਸਕਾਰ ਅੰਤਿਮ ਕੀਤਾ ਗਿਆ, ਉਸੇ ਜਗ੍ਹਾ ਦੇ ਨਾਲ ਹੀ ਮਾਤਾ ਸਾਹਿਬ ਦੇਵਾ ਜੀ ਦਾ ਵੀ ਸੰਸਕਾਰ ਕੀਤਾ ਗਿਆ। ਉਹਨਾਂ ਦਾ ਸਥਾਨ ਹੈ ਉੱਥੇ। ਔਰ ਆਪਣੀ ਇੱਛਾ ਨਾਲ ਉਹਨਾਂ ਨੇ ਦਸਮ ਪਿਤਾ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ, ਜੋ ਦਸਮ ਪਿਤਾ ਨੇ ਕਿਹਾ ਉਹ ਸਾਰੇ ਵਚਨ ਪੂਰੇ ਕਰਦੇ ਹੋਏ ਸਮੇਂ ਨਾਲ ਆਪਣੀ ਇੱਛਾ ਨਾਲ ਆਪਣਾ ਸਰੀਰ ਛੋੜਿਆ। ਔਰ ਜਿੱਥੇ ਅੱਜ ਅਸੀਂ ਬਾਲਾ ਸਾਹਿਬ ਗੁਰਦੁਆਰੇ ਜਾਂਦੇ ਹਾਂ ਤਾਂ ਉੱਥੇ ਅੰਗੀਠਾ ਮਾਤਾ ਸਾਹਿਬ ਕੌਰ ਜੀ ਦਾ ਵੀ ਹੈ ਔਰ ਮਾਤਾ ਸੁੰਦਰੀ ਜੀ ਦਾ ਵੀ ਹੈ। ਔਰ ਮਾਤਾ ਸੁੰਦਰੀ ਜੀ ਨੇ ਆਪਣੀ ਹੱਥੀ ਸਾਰੇ ਜਿਹੜੇ ਵੀ ਕੰਮ ਸੀ ਉਹ ਮਾਤਾ ਸਾਹਿਬ ਦੇਵਾ ਜੀ ਦੇ ਕੀਤੇ। ਔਰ ਉਹਦੇ ਬਾਅਦ ਮਾਤਾ ਸੁੰਦਰੀ ਜੀ ਨੇ ਇਹ ਕਮਾਨ ਸੰਭਾਲੀ ਔਰ ਖਾਲਸਾ ਪੰਥ ਦੀ ਅਗਵਾਈ ਕੀਤੀ ਬਹੁਤ ਸਾਲਾਂ ਤੱਕ। ਬਹੁਤ ਸਮੇਂ ਮਾਤਾ ਸੁੰਦਰੀ ਜੀ ਵੀ ਰਹੇ ਔਰ ਉਹਨਾਂ ਨੇ ਵੀ ਖਾਲਸਾ ਪੰਥ ਦੀ ਅਗਵਾਈ ਕੀਤੀ। ਅੱਗੋਂ ਜਿਸ ਤਰ੍ਹਾਂ ਸਮੇਂ ਆਏਗਾ ਅਸੀਂ ਇਹਨਾਂ ਚੀਜ਼ਾਂ ਨੂੰ ਹੋਰ ਅੱਛੀ ਤਰ੍ਹਾਂ ਸਮਝਾਂਗੇ ਕਿ ਇੱਕ ਪਿਆਰ ਕਿਸ ਤਰ੍ਹਾਂ ਹੋਣਾ ਚਾਹੀਦਾ, ਪ੍ਰੇਮ ਦੀ ਪਰਿਭਾਸ਼ਾ ਕੀ ਹੈ, ਪ੍ਰੇਮ ਦਾ ਅਸਲ ਅਰਥ ਕੀ ਹੈ। ਔਰ ਅੱਜ ਅਸੀਂ ਜੋ ਅੱਜ ਦਾ ਜੀਵਨ ਅਸੀਂ ਦੇਖ ਰਹੇ ਹਾਂ, ਅੱਜ ਦਾ ਜੀਵਨ ਨਹੀਂ ਹੈ, ਇਹ ਪਿਛਲੇ ਕਈ ਯੁੱਗਾਂ ਦੇ ਕਰਮਾਂ ਦੇ ਹਿਸਾਬ ਨਾਲ, ਵਚਨਾਂ ਦੇ ਹਿਸਾਬ ਨਾਲ ਇਹ ਅੱਜ ਦਾ ਜੋ ਜੀਵਨ ਹੈ ਸਾਡਾ ਚੱਲ ਰਿਹਾ। ਅਗਰ ਅਸੀਂ ਦੇਖੀਏ ਤੇ ਮਾਤਾ ਸਾਹਿਬ ਦੇਵਾ ਜੀ ਸਤਯੁਗ ਦਾ ਜਿਹੜਾ ਵਚਨ ਲਿਆ ਸੀ ਉਹਨਾਂ ਨੇ ਉਹ ਰਿਖੀ ਕੋਲੋਂ, ਉਹ ਕਲਯੁਗ ਵਿੱਚ ਆ ਕੇ ਪੂਰਾ ਹੋਇਆ। ਤਾਂ ਐਸੇ ਵਾਸਤੇ ਪਤਰੀ ਸਰ ਸਾਨੂੰ ਬਾਰ-ਬਾਰ ਕਹਿੰਦੇ ਨੇ ਕਿ ਜੀਵਨ ਦੇ ਅਨੁਭਵ ਜਿਹੜੇ ਨੇ ਔਰ ਧਿਆਨ ਦੇ ਅਨੁਭਵ ਜਿਹੜੇ ਨੇ ਔਰ ਜਿਹੜੇ ਤੁਹਾਡੇ ਸੁਪਨਿਆਂ ਦੇ ਅਨੁਭਵ ਨੇ, ਉਹਨਾਂ ਤੇ ਕੋਈ ਵੀ ਟਿੱਪਣੀ ਨਾ ਕਰੋ, ਉਹਨਾਂ ਨੂੰ ਸਮਝਣੇ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਅਸੀਂ ਨਹੀਂ ਸਮਝ ਸਕਦੇ। ਜੋ ਹੋ ਰਿਹਾ ਉਹ ਸਹੀ ਹੋ ਰਿਹਾ, ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ। ਸਾਡਾ ਕੰਮ ਹੈ ਅੱਗੇ ਵਧਦੇ ਰਹਿਣਾ ਔਰ ਆਪਣੇ ਆਪ ਤੇ ਕੰਮ ਕਰਦੇ ਰਹਿਣਾ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ ਐਸੀ ਮਹਾਨ ਮਾਤਾ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਾਨੂੰ ਉਹਨਾਂ ਦੀ એનર્ਜੀ ਮਿਲੇ। ਅਸੀਂ ਕਹਿੰਦੇ ਨੇ ਕਿ ਜਿਸ ਟਾਈਮ ਪਿਤਾ ਕੋਲੋਂ ਕੋਈ ਕੰਮ ਕਰਾਉਣਾ ਹੋਏ ਨਾ, ਤੇ ਮਾਤਾ ਨੂੰ ਅਗਰ ਵਿੱਚ ਪਾ ਲਿਆ ਜਾਏ ਤਾਂ ਕੰਮ ਬਹੁਤ ਸੌਖਾ ਹੋ ਜਾਂਦਾ ਹੈ। ਤਾਂ ਜਿਸ ਵੇਲੇ ਵੀ ਬਹੁਤ ਸਾਰੇ ਐਸੇ ਲੋਕਾਂ ਦੇ, ਸੰਗਤਾਂ ਦੇ ਅਨੁਭਵ ਨੇ ਕਿ ਜਿਸ ਵੇਲੇ ਉਹ ਮਾਤਾ ਸਾਹਿਬ ਦੇਵਾ ਨੂੰ ਯਾਦ ਕਰਕੇ ਕੋਈ ਵੀ ਉਹਨਾਂ ਅੱਗੇ ਆਪਣੀ ਅਰਦਾਸ ਕਰਦੇ ਨੇ ਤਾਂ ਉਹ ਕੰਮ ਉਹਨਾਂ ਦਾ ਜ਼ਰੂਰ ਪੂਰਾ ਹੁੰਦਾ। ਤੇ ਜਿਸ ਵੇਲੇ ਵੀ ਕਦੀ ਮੌਕਾ ਮਿਲੇ ਹਜੂਰ ਸਾਹਿਬ ਜਾਣ ਦਾ ਤੇ ਜਾ ਕੇ ਉਸ ਥਾਂ ਦੇ ਦਰਸ਼ਨ ਜ਼ਰੂਰ ਕਰਨਾ। ਮੇਰੇ ਮਨ ਵਿੱਚ ਤੇ ਬਹੁਤ ਇੱਛਾ ਹੈ ਕਿ ਮੈਂ ਇੱਕ ਵਾਰੀ ਜਾਵਾਂ ਔਰ ਮੈਂ ਜਾ ਕੇ ਉਸ ਜਗ੍ਹਾ ਦੇ ਦਰਸ਼ਨ ਕਰਾਂ ਔਰ ਉਸ એનર્ਜੀ ਨੂੰ ਫੀਲ ਕਰਾਂ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੋ ਥੋੜਾ ਬਹੁਤ ਇਤਿਹਾਸ ਮਿਲਿਆ ਮੈਨੂੰ, ਜੋ ਸਮਝ ਆਇਆ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ। ਔਰ ਜਿਹੜੀਆਂ ਵੀ ਫੋਟੋ ਨੇ, ਜਿਹੜੀਆਂ ਵੀ ਪਿਕਚਰਸ ਨੇ, ਉਹ ਕੋਈ ਆਥੈਂਟਿਕ ਨਹੀਂ ਨੇ, ਕਿਉਂਕਿ ਉਸ ਟਾਈਮ ਕੋਈ ਫੋਟੋਗ੍ਰਾਫੀ ਤੇ ਹੁੰਦੀ ਨਹੀਂ ਸੀ, ਕੋਈ ਚਿੱਤਰਕਾਰ ਪਿਕਚਰ ਬਣਾ ਦਿੰਦਾ ਸੀ। ਲੇਕਿਨ ਫਿਰ ਵੀ ਜੋ ਵੀ ਮਿਲ ਰਿਹਾ ਥੋੜਾ ਬਹੁਤ ਉਸ ਹਿਸਾਬ ਨਾਲ ਮੈਂ ਪ੍ਰੈਜੈਂਟੇਸ਼ਨ ਬਣਾਈਏ। ਇਹ ਜ਼ਰੂਰੀ ਨਹੀਂ ਹੈ ਕਿ ਜਿਸ ਤਰ੍ਹਾਂ ਦੀ ਪਿਕਚਰ ਬਣਾਈ ਗਈ ਹੈ ਉਸ ਤਰ੍ਹਾਂ ਦੇ ਹੀ ਦਿਸਦੇ ਸੀ। ਹਾਂ, ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਸ਼ੇਅਰ ਕਰ ਦਿੰਦੀ ਹਾਂ
कि मैं कुछ 2-3 साल पहले मैं जिसले ध्यान प्रचार वास्ते चंडीगढ़ गई, तो मेरे ब्रदर ने मैनू छोटे वाले ने कहा कि दीदी तुसी की ध्यान के प्रचार ते लगे हो, सिमरन करो, पाठ पूजा करो, गुरबाणी पढ़ो, है की तुसी इधर-उधर भजन लगे होए हो, अपने अपना जन्म ते सुधार लो, तुसी दूजिਆਂ ਨੂੰ ਲੱਗੇ ਹੋ ਸਿਖਾਣ ਤੇ ਕੀ ਸਿਖਾ ਰਹੇ ਹੋ, ध्यान करो, ध्यान ਕੀ ਹੁੰਦਾ, ਤੁਸੀਂ ਸਿਮਰਨ ਕਰੋ। ਇਸ ਤਰ੍ਹਾਂ ਕਰਕੇ ਉਹਨੇ ਮੈਨੂੰ ਬਹੁਤ ਕਿਹਾ ਤੇ ਮੈਂ ਬੜਾ ਥੋੜਾ ਜਿਹਾ ਸੋਚੀ ਪੈ ਗਈ ਕਿ ਮੈਂ ਸਹੀ ਕਰ ਰਹੀ ਹਾਂ, ਕਿਉਂਕਿ ਉਹਨੇ ਮੈਨੂੰ ਗੁਰਬਾਣੀ ਦੀ ਉਹਨੂੰ ਬਹੁਤ ਸਮਝ ਵੀ ਹੈ ਔਰ ਉਹਨੇ ਬਾਬਾ ਸਾਹਿਬ ਵੀ ਘਰ ਰੱਖਿਆ ਤੇ ਉਹਨੇ ਮੈਨੂੰ ਬਹੁਤ ਸਮਝਾਇਆ ਕਿ ਦੀਦੀ ਇਹ ਕਿਹੜੇ ਚੱਕਰਾਂ 'ਚ ਪੈ ਗਏ ਹੋ ਤੁਸੀਂ, ਆਪਣਾ ਛੱਡ ਕੇ ਤੇ ਤੁਸੀਂ ਦੂਜਿਆਂ ਦੇ ਪਿੱਛੇ ਲੱਗ ਗਏ। ਤੇ ਮੈਂ ਵੀ ਥੋੜਾ ਬੜਾ ਕਿਹਾ ਤੇ ਮੈਂ ਵੀ ਥੋੜਾ ਜਿਹਾ ਮਨ ਵਿੱਚ ਆਇਆ ਮੈਂ ਸਹੀ ਕਰ ਰਹੀ ਹਾਂ ਜੋ ਮੈਂ ਕਰ ਰਹੀ ਹਾਂ। ਤੇ ਐਨੇ ਵਿੱਚ ਮੇਰਾ ਸੈਸ਼ਨ ਸੀ ਅੱਗੇ ਚੰਡੀਗੜ੍ਹ ਤੇ ਮੈਨੂੰ ਕੋਈ ਲੈਣ ਆ ਗਿਆ, ਉਹਨੇ ਫੋਨ ਕੀਤਾ ਕਿ ਮੈਡਮ ਮੈਂ ਥੱਲੇ ਖੜਾ ਚਲੋ ਆ ਜਾਓ। ਤੇ ਮੈਂ ਉੱਠ ਕੇ ਚੱਲਣ ਲੱਗੀ ਤੇ ਕਹਿੰਦੇ ਕਿੱਥੇ ਚੱਲੇ ਹੋ? ਮੈਂ ਕਿਹਾ ਮੈਂ ਨਾ ਕਲਾਸ ਲੈਣ ਚੱਲੀ ਹਾਂ। ਤੇ ਕਹਿੰਦਾ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ, ਤੁਸੀਂ ਉੱਥੇ ਦੇ ਉੱਥੇ ਹੀ ਹੋ। ਮੈਂ ਐਵੇਂ ਹੀ ਘੰਟਾ ਖਰਾਬ ਕੀਤਾ ਆਪਣਾ। ਤੇ ਮੈਂ ਚੁੱਪ ਕਰਕੇ ਚਲੀ ਗਈ ਕਿਉਂਕਿ ਹੁਣ ਕਲਾਸ ਸੀ ਤੇ ਮੈਂ ਤੇ ਜਾਣਾ ਹੀ ਸੀ। ਤੇ ਮੈਂ ਚਲੀ ਗਈ ਪਰ ਮੇਰੇ ਮਨ ਵਿੱਚ ਨਾ ਬਹੁਤ ਹੀ ਅੰਦਰ ਘੁੰਮਣ ਘੇਰੀ ਜਿਹੀ ਪਈ ਰਹੀ ਕਿ ਮੈਂ ਸਹੀ ਕਰ ਰਹੀ ਹਾਂ ਜੋ ਮੈਂ ਕਰ ਰਹੀ ਹਾਂ। ਤੇ ਮੈਂ ਧਿਆਨ ਵਿੱਚ ਬੈਠ ਕੇ ਧਿਆਨ ਕਰਾਉਣ ਲੱਗੀ ਤੇ ਉਸ ਸੈਸ਼ਨ ਵਿੱਚ ਇੱਕ ਅੰਮ੍ਰਿਤਧਾਰੀ ਜਿਹਨੇ ਸਿਰ ਤੇ ਜੂੜਾ ਕੀਤਾ ਸੀ, ਭਾਈ ਰਣਧੀਰ ਸਿੰਘ ਜੀ ਦੇ ਜਥੇ ਦਾ ਅੰਮ੍ਰਿਤ ਚੁੱਕਿਆ ਸੀ, ਉਹ ਇੱਕ ਮੈਡਮ ਨਾਲ ਆਈ ਸੀ, ਟੀਚਰ ਸੀ ਉਹ। ਤੇ ਉਹ ਵੀ ਬੈਠੇ ਸੀ, ਧਿਆਨ ਕੀਤਾ ਉਹਨਾਂ ਨੇ ਵੀ ਤੇ ਮੈਂ ਆਪਣੇ ਅੰਦਰ ਹੀ ਇਸ ਪ੍ਰਸ਼ਨ ਦਾ ਉੱਤਰ ਢੂੰਡ ਰਹੀ ਸੀ ਧਿਆਨ ਵਿੱਚ। ਲੋਕਾਂ ਨੂੰ ਮੈਂ ਧਿਆਨ ਵਿੱਚ ਬਿਠਾਇਆ, ਧਿਆਨ ਕਰਾ ਰਹੀ, ਪਰ ਮੈਂ ਆਪਣੇ ਅੰਦਰ ਹੀ ਅੰਦਰ ਉਹ ਪ੍ਰਸ਼ਨ ਦਾ ਉੱਤਰ ਢੂੰਡ ਰਹੀ ਸੀ ਕਿ ਮੈਂ ਸਹੀ ਜਾ ਰਹੀ ਹਾਂ, ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਜਾਂ ਮੈਨੂੰ ਆਪਣੇ ਆਪ ਹੀ ਕੰਮ ਕਰਨਾ ਚਾਹੀਦਾ ਹੈ। ਮੈਂ ਉਹ ਪ੍ਰਸ਼ਨ ਦਾ ਉੱਤਰ ਢੂੰਡ ਰਹੀ ਸੀ, ਮੈਨੂੰ ਉਹਦਾ ਉੱਤਰ ਤੇ ਨਹੀਂ ਮਿਲਿਆ ਪਰ ਮੈਂ ਧਿਆਨ ਕਰਾਇਆ, ਧਿਆਨ ਬਹੁਤ ਅੱਛਾ ਹੋਇਆ। ਔਰ ਜਿਸ ਵੇਲੇ ਮੈਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਉਹ ਜਿਹੜੇ ਮੈਡਮ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ ਨੇ ਕਦੀ ਧਿਆਨ ਨਹੀਂ ਕੀਤਾ ਸੀ, ਪਹਿਲੀ ਵਾਰ ਉਹਨਾਂ ਨੇ ਧਿਆਨ ਕੀਤਾ। ਔਰ ਜਿਸ ਟਾਈਮ ਉਹਨਾਂ ਨੇ ਧਿਆਨ ਕੀਤਾ, ਧਿਆਨ ਤੋਂ ਬਾਅਦ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਅਰੇ ਮੇਰੇ ਮਨ 'ਚ ਬੜਾ ਆ ਰਿਹਾ ਸੀ ਕਿ ਕੀ ਮੈਨੂੰ ਧਿਆਨ ਕਰਨਾ ਚਾਹੀਦਾ, ਸਾਨੂੰ ਤੇ ਦਸਮ ਪਿਤਾ ਨੇ ਸਿਮਰਨ ਕਰਨ ਲਈ ਕਿਹਾ, ਮੈਂ ਧਿਆਨ ਕਰ ਰਹੀ ਹਾਂ ਤੇ ਕੀ ਮੈਂ ਠੀਕ ਕਰ ਰਹੀ ਹਾਂ? ਤਾਂ ਉਹਨਾਂ ਦੇ ਮਨ ਵਿੱਚ ਵੀ ਇਹੀ ਸਵਾਲ ਸੀ। ਤਾਂ ਕਹਿ ਰਹੇ ਜਿਸ ਟਾਈਮ ਮੇਰਾ ਧਿਆਨ ਬਹੁਤ ਗਹਿਰਾ ਲੱਗ ਗਿਆ ਤੇ ਮੈਂ ਦੇਖਿਆ ਮੇਰੇ ਸਾਹਮਣੇ ਦਸਮ ਪਿਤਾ ਔਰ ਮਾਤਾ ਸਾਹਿਬ ਦੇਵਾਂ ਆਏ ਔਰ ਉਹ ਬਹੁਤ ਹੀ ਖੁਸ਼ ਸਨ, ਬਹੁਤ ਹੀ ਖੁਸ਼ ਸਨ। ਔਰ ਕਹਿ ਰਹੇ ਉਹਨਾਂ ਨੇ ਸਾਰਿਆਂ ਵੱਲ ਦੇਖਿਆ, ਨਜ਼ਰ ਮਾਰੀ ਔਰ ਬਹੁਤ ਹੀ ਪ੍ਰਕਾਸ਼ ਚਾਰੋਂ ਪਾਸੇ ਹੋ ਗਿਆ। ਕਹਿ ਰਹੇ ਮੈਨੂੰ ਅੱਜ ਤੱਕ ਕਦੀ ਉਹਨਾਂ ਦੇ ਦਰਸ਼ਨ ਨਹੀਂ ਹੋਏ, ਪਹਿਲੀ ਵਾਰ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਔਰ ਉਹ ਇੰਨੇ ਖੁਸ਼ ਸੀ ਔਰ ਉਹ ਕਹਿ ਕੇ ਗਏ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ। ਤੇ ਫਿਰ ਉਹਨਾਂ ਦੇ ਜੋ ਉਹਨਾਂ ਨੂੰ ਦਿਸਿਆ ਉਹਦੇ ਨਾਲ ਮੈਨੂੰ ਵੀ ਮੇਰਾ ਜਵਾਬ ਮਿਲ ਗਿਆ ਕਿ ਹਾਂ ਜੋ ਹੋ ਰਿਹਾ ਠੀਕ ਹੋ ਰਿਹਾ, ਮੈਂ ਠੀਕ ਕਰ ਰਹੀ ਹਾਂ। ਔਰ ਇਹੀ ਫਿਰ ਬਾਅਦ ਚੋਂ ਕਮਲਜੀਤ ਮੈਡਮ ਜਿਹੜੇ ਤੁਹਾਡੇ ਨਾਲ ਵੀ ਆ ਕੇ ਉਹਨਾਂ ਨੇ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਉਹਨਾਂ ਨੂੰ ਵੀ ਦਸਮ ਪਿਤਾ ਧਿਆਨ ਵਿੱਚ ਨਜ਼ਰ ਆਏ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਠੀਕ ਕਰ ਰਹੇ ਹੋ। ਤਾਂ ਸਾਨੂੰ ਜੋ ਸਮਝ ਬੂਝ ਹੈ ਸਾਡੀ, ਅਸੀਂ ਆਪਣੀ ਸਮਝ ਬੂਝ ਨੂੰ ਵਧਾਉਣਾ ਹੈ ਕਿਉਂਕਿ ਸੱਚ ਕਦੀ ਨਹੀਂ ਬਦਲਦਾ। ਔਰ ਅੱਜ ਜਿਹੜਾ ਅਸੀਂ ਗੁਰਪੁਰਬ ਹੁਣ ਮਨਾਵਾਂਗੇ ਅੱਗੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ, ਉਹਦੇ ਵਿੱਚ ਤੁਹਾਡੇ ਨਾਲ ਸ਼ਡਿਊਲ ਅਸੀਂ ਸ਼ੇਅਰ ਕੀਤਾ ਹੈ ਔਰ ਜਿਹੜੇ ਜਸਵੀਰ ਸਿੰਘ ਜੀ ਸੰਤ ਨੇ, ਜਿਹੜੇ ਦਸਮ ਪਿਤਾ ਦਾ ਜਿਹੜਾ ਸਥਾਨ ਹੈ ਬਠਿੰਡਾ ਦੇ ਕੋਲ ਬੁਰਜ ਮਾਈ ਦੇਸਾਂ, ਉਹਨਾਂ ਨੂੰ ਅਸੀਂ ਉਹਨਾਂ ਕੋਲੋਂ ਸਮੇਂ ਲਿਆ, ਉਹ ਆਣਗੇ, ਉਹ ਆਪਣਾ ਮੈਸੇਜ ਦੇਣਗੇ ਔਰ ਉਹ ਅੱਜ ਦੱਸ ਰਹੇ ਨੇ ਕਿ ਇਹੀ ਵਿਧੀ ਧਿਆਨ ਦੀ ਜਿਹੜੀ ਅੱਜ ਅਸੀਂ ਕਰ ਰਹੇ ਹਾਂ, ਦਸਮ ਪਾਤਸ਼ਾਹ ਨੇ ਸਿਖਾਈ। ਉਹਨਾਂ ਦੇ ਜਿਹੜੇ ਵੰਸ਼ ਵਿੱਚ ਮਾਤਾ ਜੀ ਸੀ ਜਿਨ੍ਹਾਂ ਜਿੱਥੇ ਉਹ ਰਹੇ 9 ਦਿਨ ਆ ਕੇ, ਤਾਂ ਉਹ ਆਣਗੇ ਔਰ ਇਸ ਵਾਰੀ ਬਹੁਤ ਹੀ ਇੱਕ ਅਲੱਗ ਤਰੀਕੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 11 ਦਿਨ ਮਨਾਵਾਂਗੇ। 9 ਤਰੀਕ ਤੋਂ ਸਾਡਾ ਸ਼ੁਰੂ ਹੋਏਗਾ ਔਰ ਥੋੜਾ ਜਿਹਾ ਇਹਦੇ 'ਚ ਹੈ ਕਿ ਸਵੇਰੇ ਦਾ ਜਿਹੜਾ ਸੈਸ਼ਨ ਹੈ ਉਹ ਖਾਲੀ ਮੈਡੀਟੇਸ਼ਨ ਹੀ ਰਹੇਗਾ, 1 ਘੰਟਾ ਮੈਡੀਟੇਸ਼ਨ ਸਵੇਰ ਦਾ ਸੈਸ਼ਨ ਰਹੇਗਾ। ਲੇਕਿਨ ਰਾਤ ਦਾ ਜਿਹੜਾ ਸੈਸ਼ਨ ਹੋਏਗਾ 9 ਵਜੇ ਤੋਂ ਲੈ ਕੇ 10:30 ਵਜੇ ਤੱਕ, ਉਹਦੇ ਵਿੱਚ ਸਾਰੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਵਿੱਚ ਦੱਸਿਆ ਜਾਏਗਾ ਔਰ ਉਹਦੇ ਵਿੱਚੋਂ 2-3 ਵਾਰੀ ਉਹ ਸੰਤ ਆਣਗੇ, ਉਹ ਸਾਨੂੰ ਗੁਰਬਾਣੀ ਚੋਂ ਸਮਝਾਣਗੇ ਕਿ ਅਸੀਂ ਜਿਹੜੇ ਰਸਤੇ ਤੇ ਚੱਲ ਰਹੇ ਹਾਂ ਉਹ ਗੁਰਬਾਣੀ ਵਿੱਚ ਲਿਖਿਆ ਹੋਇਆ ਔਰ ਉਹ ਸਹੀ ਹੈ ਔਰ ਸਾਨੂੰ ਉਸ ਰਸਤੇ ਤੇ ਚੱਲਣਾ ਚਾਹੀਦਾ। ਔਰ ਹੋਰ ਵੀ ਜਿਹੜੇ ਗੁਰਪੁਰਬ ਆਣਗੇ ਅਸੀਂ ਉਹ ਮਨਾਵਾਂਗੇ। ਔਰ ਕੱਲ ਤੋਂ ਤੁਹਾਡੇ ਇੱਕ ਬਹੁਤ ਹੀ ਵਧੀਆ ਸੈਸ਼ਨ ਲੀਨਾ ਭਾਰਤੀ ਜੀ ਦਾ ਅਸੀਂ ਰੱਖਿਆ, ਯੂਅਰ ਸੋਲਸ ਗਿਫਟ, ਤੁਹਾਡੀ ਆਤਮਾ ਦਾ ਤੋਹਫਾ। ਇਹ ਇੱਕ ਕਿਤਾਬ ਹੈ ਇੰਗਲਿਸ਼ ਵਿੱਚ, ਬਹੁਤ ਵਧੀਆ ਕਿਤਾਬ ਹੈ ਕਿ ਆਤਮਾ ਕਿਸ ਤਰ੍ਹਾਂ ਧਰਤੀ ਤੇ ਆਪਣਾ ਜੀਵਨ ਇੱਕ ਯੋਜਨਾ ਬਣਾ ਕੇ ਆਂਦੀ ਹੈ
ਔਰ ਕਿਸ ਤਰ੍ਹਾਂ ਉਹ ਆਪਣੇ ਰਿਸ਼ਤੇ ਨਾਤੇ ਜਿਹੜੇ ਚੁਣ ਕੇ ਲਿਆਂਦੀ ਏ ਔਰ ਫਿਰ ਆ ਕੇ ਧਰਤੀ ਤੇ ਸਿੱਖਦੀ ਏ। ਤਾਂ ਇਹ 5 ਦਿਨ ਦਾ ਸਾਡਾ ਉਹ ਸੈਸ਼ਨ ਰਹੇਗਾ, ਯੋਰ ਸੋਲਸ ਗਿਫਟ। ਔਰ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਵਧਾਈ ਹੋਵੇ। ਕੱਲ ਦੀਵਾਲੀ ਏ ਔਰ ਅਗਰ ਅਸੀਂ ਆਪਣੇ ਇਤਿਹਾਸ ਵਿੱਚ ਦੇਖੀਏ ਤੇ ਬੰਦੀ ਛੋੜ ਦਿਵਸ ਏ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਗਵਾਲੀਅਰ ਦੇ ਕਿਲੇ ਚੋਂ ਕੈਦੀ ਛੁਡਵਾਏ ਸੀ ਰਾਜੇ, ਤਾਂ ਉਹ ਕੱਲ ਦਾ ਦਿਨ ਹੀ ਹੈ ਜਿਹੜਾ ਕਿ ਹਰਮੰਦਰ ਸਾਹਿਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ। ਤਾਂ ਅਸੀਂ ਕੱਲ ਥੋੜਾ 2-4 ਮਿੰਟ ਉਹਦੇ ਤੇ ਵੀ ਵਿਚਾਰ ਕਰਾਂਗੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਨੂੰ ਪਤਰੀ ਜੀ ਨੇ ਇਹ ਸਿੱਖਿਆ ਦਿੱਤੀ ਹੈ, ਇਹ ਰਸਤਾ ਦਿਖਾਇਆ ਹੈ ਕਿ ਅਸੀਂ ਆਪਣੇ ਧਰਮ ਨੂੰ ਗਹਿਰਾਈ ਨਾਲ ਜਾਣੀਏ। ਅੱਜ ਜੋ ਮੈਂ ਪੜ੍ਹ ਰਹੀ ਹਾਂ, ਸੁਣ ਰਹੀ ਹਾਂ, ਅੱਜ ਜੋ ਮੈਂ ਸਾਰੇ ਗੁਰੂਆਂ ਦੇ ਬਾਰੇ ਚ ਜਾਣ ਰਹੀ ਹਾਂ, ਮੈਂ ਕਦੀ ਪਹਿਲੇ ਇੰਨੀ ਗਹਿਰਾਈ ਨਾਲ ਸਮਝਿਆ ਹੀ ਨਹੀਂ। ਬਸ ਠੀਕ ਹੈ ਸੁਣਿਆ, ਬਸ ਬਹੁਤ ਹੋ ਗਿਆ। ਲੇਕਿਨ ਅੱਜ ਸਮਝ ਆ ਰਹੀ ਹੈ ਕਿ ਸਾਨੂੰ ਸਿਖਾਇਆ ਕੀ ਗਿਆ ਔਰ ਅਸੀਂ ਕਰ ਕੀ ਰਹੇ ਹਾਂ। ਤਾਂ ਅਸੀਂ ਵੀ ਉਸੇ ਤਰ੍ਹਾਂ ਦਾ ਜੀਵਨ ਜੀਵੀਏ ਜਿਸ ਤਰ੍ਹਾਂ ਸਾਨੂੰ ਸਿਖਾਇਆ ਗਿਆ ਔਰ ਅਸੀਂ ਵੀ ਆਪਣੇ ਜਨਮ ਨੂੰ ਸਫਲ ਕਰਕੇ ਜਾਈਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।